ਹੈਲੋ एवरीवन ਵੈਲਕਮ ਟੂ ਗਿਲਜ਼ ਮੈਂਟੋਰ ਆਨਲਾਈਨ ਈ-ਲਰਨਿੰਗ ਚੈਨਲ। ਅੱਜ ਅਸੀਂ ਕਵਰ ਕਰਨ ਜਾ ਰਹੇ ਹਾਂ ਸੀਰੀਜ਼ ਨੰਬਰ 36 ਆਫ 1800 ਪੋਲਿਟੀ MCQs। ਅੱਜ ਦੀ ਸੀਰੀਜ਼ ਤੁਹਾਡੇ ਆਉਣ ਵਾਲੇ ਪੰਜਾਬ ਸਟੇਟ ਲੈਵਲ ਐਗਜ਼ਾਮਸ ਫॉर ਐਗਜ਼ਾਮਪਲ PPSC, PSEB, ਪਟਵਾਰੀ, ਹਾਈ ਕੋਰਟ ਆਦਿ ਲਈ ਬਹੁਤ ਲਾਭਦਾਇਕ ਰਹੇਗੀ। ਅਜਿਹੀਆਂ ਹੋਰ ਵੀਡੀਓਜ਼ ਨੂੰ ਮਿਸ ਨਾ ਕਰਨ ਲਈ ਅਤੇ ਟਾਈਮਲੀ ਨੋਟੀਫਿਕੇਸ਼ਨਸ ਗ੍ਰੈਬ ਕਰਨ ਲਈ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਨਾਲ ਦੀ ਨਾਲ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ। ਲੈਟਸ ਬਿਗਿਨ ਵਿਦ ਦ ਸੈਸ਼ਨ। ਪਿਛਲੇ ਸੈਸ਼ਨਸ 'ਚ ਅਸੀਂ ਅਬਾਊਟ 40 ਕੁਐਸਚਨਸ ਆਲਰੇਡੀ ਕਵਰ ਕਰ ਚੁੱਕੇ ਹਾਂ। ਜੇ ਤੁਸੀਂ ਕੰਟੀਨਿਊਟੀ 'ਚ ਦੇਖਣਾ ਚਾਹੁੰਦੇ ਹੋ ਤਾਂ ਪਹਿਲਾਂ ਉਹ ਸੈਕਸ਼ਨਸ ਜ਼ਰੂਰ ਦੇਖੋ। ਕੰਟੀਨਿਊਇੰਗ ਵਿਦ ਕੁਐਸਚਨ ਨੰਬਰ 41, ਦ ਚੈਪਟਰ ਔਨ ਫੰਡਾਮੈਂਟਲ ਡਿਊਟੀਜ਼ ਇਨਕਲੂਡਸ ਕਿ ਜੋ ਆਪਣੇ ਕੌਨਸਟੀਟਿਊਸ਼ਨ 'ਚ ਫੰਡਾਮੈਂਟਲ ਡਿਊਟੀਜ਼ ਦਾ ਚੈਪਟਰ ਹੈ ਉਸ 'ਚ ਇਹ ਚਾਰ ਆਪਸ਼ਨਸ ਵਿੱਚੋਂ ਕੀ ਚੀਜ਼ ਇਨਕਲੂਡਡ ਹੈ। Option 1 is duty to cherish and follow the noble ideas which inspired out freedom movement. Option 2 is duty to vote in general elections. Option 3 is duty to promote the sense of fraternity among the people. Option 4 is duty to stick to the political party on whose ticket one contested election. Correct answer here is option 1, duty to cherish and follow the noble ideas which inspired out freedom movement. ਇਹਨੂੰ ਹੋਰ ਐਕਸਪਲੇਨ ਕਰਦਿਆਂ ਹੋਇਆਂ ਕਿ ਜੋ ਫੰਡਾਮੈਂਟਲ ਡਿਊਟੀਜ਼ ਨੇ they are the moral obligations of all citizens to help promote a spirit of patriotism and uphold the unity of India. ਕਿ ਇਹ ਜੋ ਨੇ ਐਜ਼ ਇੰਡੀਅਨ ਸਿਟੀਜ਼ਨ ਸਾਡੇ ਕੀ ਫਰਜ਼ ਬਣਦੇ ਨੇ ਆਪਣੇ ਦੇਸ਼ ਦੇ ਪ੍ਰਤੀ, ਇਹ ਜੋ ਸਭ ਮੈਂਸ਼ਨਡ ਹੈ ਸਾਡੇ ਕਿੱਦਾਂ ਫਰਜ਼ ਬਣਦੇ ਨੇ ਕਿ ਆਪਾਂ ਆਪਣੇ ਦੇਸ਼ ਨੂੰ ਦੀ ਰਿਸਪੈਕਟ ਕਰੀਏ, ਆਪਾਂ ਆਪਣੇ ਦੇਸ਼ 'ਚ ਯੂਨਿਟੀ ਮੇਨਟੇਨ ਕਰਕੇ ਰੱਖੀਏ। ਐਜ਼ ਅ ਸਿਟੀਜ਼ਨ ਸਾਡੇ ਕੀ ਫਰਜ਼ ਨੇ ਇਹ ਸਾਰੇ ਜੋ ਨੇ ਫੰਡਾਮੈਂਟਲ ਡਿਊਟੀਜ਼ 'ਚ ਮੈਂਸ਼ਨ ਨੇ। ਥੀਜ਼ ਆਰ ਇਨਕਲੂਡਿਡ ਇਨ ਪਾਰਟ 4A ਆਫ ਦੀ ਕੌਨਸਟੀਟਿਊਸ਼ਨ। ਇਹ ਪਾਰਟ 4 'ਚ ਸਾਡੇ ਸੰਵਿਧਾਨ ਦੇ ਪਾਰਟ 4 'ਚ ਇਨਕਲੂਡਿਡ ਨੇ ਅਤੇ ਥੀਜ਼ ਆਰ ਨੋਟ ਇਨਫੋਰਸੇਬਲ ਬਾਏ ਲਾਅ। ਕਿ ਜਦੋਂ ਮੰਨ ਲਓ ਕਿਸੇ ਨੇ ਕੋਈ ਡਿਊਟੀ ਨਹੀਂ ਫੋਲੋ ਕੀਤੀ ਤਾਂ ਜ਼ਰੂਰੀ ਨਹੀਂ ਹੈ ਕਿ ਉਹਨੂੰ ਜੇਲ੍ਹ ਹੋ ਜਾਏਗੀ ਜਾਂ ਉਹਦੇ ਅਗੇਂਸਟ ਤੁਸੀਂ ਕੋਈ ਐਕਸ਼ਨ ਲੈ ਸਕਦੇ ਹੋ ਲੀਗਲੀ। ਅਤੇ ਇਸ ਦੇ ਅੰਡਰ ਜੋ ਹੈ ਸਾਨੂੰ 11 ਡਿਊਟੀਜ਼ ਮਿਲਦੀਆਂ ਨੇ, ਬਟ ਅਸੀਂ ਇਸ ਕੁਐਸਚਨ ਦੇ ਨਾਲ 11 ਡਿਊਟੀਜ਼ ਦਾ ਮੈਂਸ਼ਨ ਨਹੀਂ ਕਰ ਰਹੇ। ਅਕੋਰਡਿੰਗ ਟੂ ਦੀ ਕੁਐਸਚਨ ਜੋ ਹੈ to cherish and follow the noble ideas which inspired our national struggle for freedom. It happens to be the second fundamental duties in the list of 11. Next question is, which part of the Indian Constitution deals with the directive principles of state policy? ਕਿ ਇਹਨਾਂ ਵਿੱਚੋਂ ਕਿਹੜੇ ਪਾਰਟ 'ਚ ਜੋ ਹੈ ਆਪਣੇ ਕੌਨਸਟੀਟਿਊਸ਼ਨ ਦੇ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪੋਲਿਸੀ ਇਜ਼ ਇਨਕਲੂਡਡ। Option 1 is part 1. Option 2 is part 3. Option 3 is part 4. Option 4 is part 5. The correct answer here is option 3, part 4. ਕੁਐਸਚਨ ਨੂੰ ਹੋਰ ਐਕਸਪਲੇਨ ਕਰਦਿਆਂ ਹੋਇਆ ਕਿ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪੋਲਿਸੀ ਆਰ ਇਨਕਲੂਡਡ ਇਨ ਪਾਰਟ 4 ਆਫ ਦੀ ਕੌਨਸਟੀਟਿਊਸ਼ਨ। ਕਿ ਜੋ ਆਪਣੇ ਭਾਰਤੀ ਸੰਵਿਧਾਨ ਦਾ ਪਾਰਟ 4 ਹੈ ਉਸ 'ਚ ਆਪਾਂ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪੋਲਿਸੀ ਦਾ ਮੈਂਸ਼ਨ ਦੇਖਦੇ ਹਾਂ। ਫॉर ਦ ਫਰੇਮਿੰਗ ਆਫ ਸਰਟਨ ਲਾਜ਼ ਆਫ ਦ ਗਵਰਨਮੈਂਟ ਰਿਕੁਆਇਰਸ ਸਰਟਨ ਗਾਈਡਲਾਈਨਸ। ਕਿ ਜਿਹੜੇ ਵੀ ਸਾਡੇ ਲਾਜ਼ ਨੇ, ਰੂਲਸ ਐਂਡ ਰੈਗੂਲੇਸ਼ਨਸ ਨੇ, ਉਹ ਆਪਾਂ ਉਹਨਾਂ ਨੂੰ ਫਰੇਮ ਕਰਨ ਲਈ ਆਪਾਂ ਨੂੰ ਸਰਟਨ ਗਾਈਡਲਾਈਨਸ ਫੋਲੋ ਕਰਨੀਆਂ ਪੈਂਦੀਆਂ ਨੇ। ਥੀਜ਼ ਆਰ ਇਨਕਲੂਡਡ ਇਨ ਦ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪੋਲਿਸੀ। ਔਰ ਇਹੀ ਗਾਈਡਲਾਈਨਸ ਨੇ ਜੋ ਕਿ ਕਿੱਦਾਂ ਸਾਡੀ ਸਰਕਾਰ ਨੇ ਸਾਡੇ ਵਾਸਤੇ ਲਾਅ ਬਣਾਉਣਾ, ਇਟ ਇਜ਼ ਇਨਕਲੂਡਡ ਇਨ ਦ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪੋਲਿਸੀ। According to Article 37, they are not enforceable by the courts. कि they cannot be challenged. जो DPSPs ਨੇ ਇਹਨਾਂ ਨੂੰ ਆਪਾਂ ਲੀਗਲੀ ਚੈਲੰਜ ਨਹੀਂ ਕਰ ਸਕਦੇ। ਇਟ ਇਜ਼ ਮੈਂਸ਼ਨਡ in Article number 37. It just lays down the fundamental principles and guidelines on which they are based are fundamental guidelines for governance that state needs to follow while designing the law. ਉਹੀ ਚੀਜ਼ ਰਿਪੀਟ ਹੋ ਰਹੀ ਹੈ ਜੋ ਮੈਂ ਪਹਿਲਾਂ ਦੱਸੀ
ਕਿ ਆਪਣੀ ਜੋ ਲਾਅ ਬਣਾਉਣ ਲਈ ਕੀ ਬੇਸਿਕ ਪ੍ਰਿੰਸੀਪਲਸ ਇੱਕ ਸਟੇਟ ਨੂੰ ਫੋਲੋ ਕਰਨੇ ਚਾਹੀਦੇ ਹੈ। ਆਲ ਆਰ ਮੈਂਸ਼ਨਡ ਇਨ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪੋਲਿਸੀ। ਅਤੇ ਇਹਨਾਂ ਦਾ ਪਰਪਸ ਕੀ ਹੈ, ਆਪਣਾ ਜੋ ਇੰਡੀਆ ਹੈ ਇਹਨੂੰ ਐਜ਼ ਅ ਵੈਲਫੇਅਰ ਸਟੇਟ ਮੇਨਟੇਨ ਕਰਨਾ। Question number 43 says, how many types of writs can be issued by the Supreme Court? ਕਿ ਜੋ ਸੁਪਰੀਮ ਕੋਰਟ ਆਫ ਇੰਡੀਆ ਹੈ ਉਹ ਆਪਾਂ ਨੂੰ ਕਿੰਨੀਆਂ ਰਿਟਸ ਇਸ਼ੂ ਕਰ ਸਕਦਾ ਹੈ। Option 1 is 2, Option 2 is 3, Option 3 is 5, Option 4 is 6. Correct answer here is Option 3, 5. ਥੋੜਾ ਹੋਰ ਡਿਟੇਲ 'ਚ ਦੇਖਦੇ ਹੋਇਆ ਕਿ the Supreme Court under Article 32, that is right to constitutional remedies, and the High Court under Article 226 has been empowered by the Constitution with the powers of writ jurisdiction। कि Article 32 ਦੇ ਅੰਡਰ ਸੁਪਰੀਮ ਕੋਰਟ ਅਤੇ Article 226 ਦੇ ਅੰਡਰ ਹਾਈ ਕੋਰਟ ਜੋ ਹੈ ਇਹਨਾਂ ਕੋਲ ਪਾਵਰ ਹੈ ਰਿਟ ਇਸ਼ੂ ਕਰਨ ਦੀ। ਰਿਟ in its literal meaning means written command or summon or warrant that is formally issued by a court। कि जो writ ਦਾ ਅਸਲ meaning ਕੀ ਹੁੰਦਾ ਹੈ, either it is a written command ਜਾਂ summon ਜਾਂ ਫਿਰ warrant। ਤੇ ਕਿਉਂਕਿ ਇਸ਼ੂ ਕਰਨ ਤੋਂ ਬਾਅਦ there are 5 types of writs। ਜੋ ਹੈ ਸਾਡਾ ਜੋ ਸੁਪਰੀਮ ਕੋਰਟ ਔਰ ਹਾਈ ਕੋਰਟ ਹੈ ਇਹ 5 ਤਰ੍ਹਾਂ ਦੀ ਰਿਟਸ ਇਸ਼ੂ ਕਰ ਸਕਦਾ ਹੈ। these are habeas corpus, mandamus, prohibition, quo warranto and certiorari। Question number 44 says, the preamble of our constitution reads India as। कि जो अपने preamble च इंडिया ਨੂੰ ਕਿੱਦਾਂ डिफाइन ਕੀਤਾ ਗਿਆ ਹੈ, किस तरह ਦੀ country जो है preamble इंडिया ਨੂੰ define करता है। Option 1 is sovereign democratic socialist secular republic, Option 2 is Socialist Democratic Secular Republic, Option 3 is Democratic Sovereign Secular Socialist Republic, Option 4 is Sovereign Socialist Secular Democratic Republic. Correct answer here is Option 4, Sovereign Socialist Secular Democratic and Republic। ਇਸ ਕੁਐਸਚਨ ਦੇ ਆਨਸਰ ਨੂੰ ਜਸਟੀਫਾਈ ਕਰਨ ਲਈ ਆਪਾਂ ਨੂੰ ਪ੍ਰੈਂਬਲ ਦਾ ਜੋ ਹੈ ਉਹ ਟੈਕਸਟ ਦੇਖਣਾ ਪਏਗਾ ਇੱਕ ਵਾਰੀ। ਪ੍ਰੈਂਬਲ ਹੈ ਕਿ ਪ੍ਰੈਂਬਲ ਇਜ਼ ਕਾਈਂਡ ਆਫ ਐਨ ਇੰਡੈਕਸ ਟੂ ਦੀ ਕੌਨਸਟੀਟਿਊਸ਼ਨ ਆਫ ਇੰਡੀਆ, ਜਿਸ 'ਚ ਆਪਾਂ ਇਨ ਬਰੀਫ ਦੱਸਦੇ ਹਾਂ ਕਿ ਸਾਡੇ ਕੌਨਸਟੀਟਿਊਸ਼ਨ 'ਚ ਹੈ ਕਿ ਇਹਨੂੰ ਪਾਵਰ ਕਿੱਥੋਂ ਮਿਲੀ ਅਤੇ ਇਹ ਕਦੋਂ ਤੋਂ ਇਨਫੋਰਸ ਅਤੇ ਇਨੈਕਟ ਹੋਇਆ। ਸੋ ਇਸ ਕੁਐਸਚਨ ਦੇ ਆਨਸਰ ਨੂੰ ਜਸਟੀਫਾਈ ਕਰਨ ਲਈ ਆਪਾਂ ਦੇਖਣਾ ਹੈ ਕਿ ਪ੍ਰੈਂਬਲ ਦੇ ਟੈਕਸਟ ਦੇ ਅਕੋਰਡਿੰਗ ਉਹ ਇੰਡੀਆ ਨੂੰ ਕਿੱਦਾਂ ਡਿਫਾਈਨ ਕਰਦਾ। ਸੋ ਇਟ ਸਟਾਰਟਸ ਐਜ਼ ਵੀ ਦ ਪੀਪਲ ਆਫ ਇੰਡੀਆ ਹੈਵਿੰਗ solemnly resolved to constitute the India into sovereign socialist secular democratic republic and to secure to all of its citizens justice, social, economic and political liberty of thought, expression, belief, faith and worship, equality of status and of opportunity, and to promote among them all fraternity, assuring the dignity of the individual and the unity and integrity of the nation. In our Constituent Assembly on this 26th day of November 1949, do hereby adopt, enact and give to ourselves this Constitution। ਸੋ ਇਸ ਦੇ ਅਕੋਰਡਿੰਗ ਜੋ ਸੀਰੀਜ਼ ਆਪਾਂ ਉੱਪਰ ਪੜ੍ਹੀਆਂ ਸੋਵਰਨ, ਸੋਸ਼ਲਿਸਟ, ਸੈਕੂਲਰ, ਡੈਮੋਕ੍ਰੇਟਿਕ, ਰਿਪਬਲਿਕ, ਇਸ ਤਰ੍ਹਾਂ ਜੋ ਹੈ ਅਸੀਂ ਵੀ ਕੈਨ ਜਸਟੀਫਾਈ ਆਰ ਆਂਸਰ। ਕਮਿੰਗ ਔਨ ਟੂ ਕੁਐਸਚਨ ਨੰਬਰ 45, who is the guardian of fundamental rights enumerated in the Indian Constitution? ਕਿ ਜੋ ਆਪਣੇ ਮੌਲਿਕ ਅਧਿਕਾਰ ਨੇ ਉਹਨਾਂ ਦਾ ਗਾਰਡੀਅਨ ਕੌਣ ਹੈ ਐਜ਼ ਅਕੋਰਡਿੰਗ ਟੂ ਦੀ ਇੰਡੀਅਨ ਕੌਨਸਟੀਟਿਊਸ਼ਨ। Option 1 is Supreme Court, Option 2 is Parliament, Option 3 is Constitution, Option 4 is President। Correct answer here is Option 1, Supreme Court। ਇਸ ਨੂੰ ਹੋਰ ਐਕਸਪਲੇਨ ਕਰਦਿਆਂ ਹੋਇਆਂ ਕਿ ਜੋ ਆਪਣੇ ਕੌਨਸਟੀਟਿਊਸ਼ਨ ਹੈ ਉਹਨੇ ਸੁਪਰੀਮ ਕੋਰਟ ਨੂੰ ਇਹ ਪਾਵਰ ਦਿੱਤੀ ਹੈ ਕਿ ਸਾਡੇ ਫੰਡਾਮੈਂਟਲ ਰਾਈਟਸ ਦੀ ਉਹ ਪ੍ਰੋਟੈਕਸ਼ਨ ਕਰੇ ਵੈਨਐਵਰ ਦੇ ਆਰ ਵਾਇਲੇਟਡ। ਸੋ ਹੈਂਸ the Supreme Court is the guardian of fundamental rights।
ਐਂਡ ਕਿਸੇ ਵੀ ਲਾਅ ਨੂੰ ਨਲ ਜਾਂ ਵੋਇਡ ਡਿਕਲੇਅਰ ਕਰਨ ਦੀ ਪਾਰ ਇਸੇ ਕਰਕੇ ਜੋ ਹੈ ਸੁਪਰੀਮ ਕੋਰਟ ਦੇ ਹੱਥ 'ਚ ਹੈ। The court also protects these rights if they are infringed by the action of the executive, ਕਿ ਜੇ ਆਪਣੇ ਹੀ ਕਿਸੇ ਬੰਦੇ ਨੇ ਇਸ ਦੇ ਅਗੇਂਸਟ ਕੁਝ ਕੀਤਾ ਜਾਂ ਇਹਦੇ ਨਾਲ ਕੋਈ ਵੀ ਛੇੜਖਾਨੀ ਕੀਤੀ ਪਰ ਸੇ, ਤਾਂ ਇਸ ਦੇ ਅਗੇਂਸਟ ਵੀ ਜੋ ਹੈ ਸੁਪਰੀਮ ਕੋਰਟ ਹੀ ਐਕਸ਼ਨ ਲਏਗਾ। ਇਨ ਕੇਸ ਆਫ ਵਾਇਲੇਸ਼ਨ ਆਫ these rights, the affected Supreme Court and the court may issue writs in the nature of habeas corpus, mandamus quo warranto, prohibition and certiorari. These writs can also be issued by the High Court, ਕਿ ਉਹੀ ਕਿ ਜੇ ਫੰਡਾਮੈਂਟਲ ਰਾਈਟਸ ਜਿਸ ਨੇ ਸਾਡੇ ਕਿਸੇ ਨੇ ਫੰਡਾਮੈਂਟਲ ਰਾਈਟਸ ਨੂੰ ਡਿਸਟਰਬ ਕੀਤਾ ਜਾਂ ਉਸਨੂੰ ਉਹਨਾਂ ਨਾਲ ਕੋਈ ਵੀ ਇਲੀਗਲ ਗੱਲ ਜਾਂ ਉਹਨਾਂ ਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਜੋ ਸੁਪਰੀਮ ਕੋਰਟ ਹੈ, not only Supreme Court, High Court ਵੀ writs issue ਕਰ ਸਕਦਾ ਹੈ, so that we can protect our fundamental rights. Next question says, which part of the Indian Constitution deals with fundamental rights? ਕਿ ਆਪਣੇ ਭਾਰਤੀ ਸੰਵਿਧਾਨ ਦੇ ਕਿਹੜਾ ਪਾਰਟ ਜੋ ਹੈ ਸਾਡੇ ਮੌਲਿਕ ਅਧਿਕਾਰਾਂ ਦੀ ਗੱਲ ਕਰਦਾ ਹੈ? Option 1 is part 1, option 2 is part 2, option 3 is part 3, option 4 is part 4. The correct answer here is option 3, part 3. ਇਸ ਨੂੰ ਹੋਰ ਐਕਸਪਲੇਨ ਕਰਦਿਆਂ ਹੋਇਆਂ ਕਿ ਜੋ ਪਾਰਟ 3 ਹੈ ਇੰਡੀਅਨ ਕੌਨਸਟੀਟਿਊਸ਼ਨ ਦਾ, ਇਟ ਟਾਕਸ ਅਬਾਊਟ ਫੰਡਾਮੈਂਟਲ ਰਾਈਟਸ, ਕਿ ਫੰਡਾਮੈਂਟਲ ਰਾਈਟਸ ਜੋ ਨੇ ਉਹ ਪਾਰਟ 3 'ਚ ਇਨਕਲੂਡਡ ਨੇ। The fundamental rights were included in the constitution because they were considered essential for the development of personality of every individual and to preserve human dignity, ਕਿ ਸਾਡੀ ਡਿਗਨਿਟੀ ਬਚਾਉਣ ਲਈ, ਕਿ ਸਾਨੂੰ ਜਿੱਦਾਂ ਸਾਨੂੰ ਮਤਲਬ ਇੱਜ਼ਤ ਨਾਲ ਜੀਣ ਦਾ ਹੱਕ ਹੈ, ਇਸ ਚੀਜ਼ ਨੂੰ ਕੰਸੀਡਰ ਕਰਦਿਆਂ ਹੋਇਆਂ ਅਤੇ ਸਾਡੀ ਪਰਸਨੈਲਿਟੀ ਡਿਵੈਲਪਮੈਂਟ ਸਹੀ ਡਾਇਰੈਕਸ਼ਨ 'ਚ ਹੋਵੇ, ਇਸ ਚੀਜ਼ ਨੂੰ ਕੰਸੀਡਰ ਕਰਦਿਆਂ ਹੋਇਆਂ ਕੀ ਹੈ ਫੰਡਾਮੈਂਟਲ ਰਾਈਟਸ ਵਰ ਇਨਕਲੂਡਡ। Next question is, how many fundamental duties are there in the Indian Constitution? कि Indian Constitution च किन्नियां fundamental duties दा mention है? Option 1 is 11, option 2 is 9, option 3 is 20, option 4 is 12. The correct answer here is option 1, 11. Again ਇਹਦੀ explanation repeat ਕਰਦੇ ਹੋਇਆਂ ਕਿ ਜੋ ਫੰਡਾਮੈਂਟਲ ਡਿਊਟੀਜ਼ ਨੇ, ਦੀਜ਼ ਆਰ ਮੋਰਲ ਓਬਲੀਗੇਸ਼ਨਸ, ਇਹ ਸਾਡੇ ਫਰਜ਼ ਨੇ ਜੋ ਆਪਾਂ ਆਪਣੇ ਦੇਸ਼ ਦੇ ਪ੍ਰਤੀ ਨਿਭਾਉਣੇ ਨੇ, ਤਾਂ ਕਿ ਅਸੀਂ ਆਪਣੇ ਦੇਸ਼ ਦੀ ਰਿਸਪੈਕਟ ਕਰੀਏ ਅਤੇ ਉਹਦੀ ਯੂਨਿਟੀ ਨੂੰ ਮੇਨਟੇਨ ਕਰਕੇ ਰੱਖੀਏ। ਦੀਜ਼ ਆਰ ਇਨਕਲੂਡਡ ਇਨ ਪਾਰਟ 4A ਆਫ ਦੀ ਕੌਨਸਟੀਟਿਊਸ਼ਨ। ਇਹ ਜੋ ਫੰਡਾਮੈਂਟਲ ਡਿਊਟੀਜ਼ ਨੇ ਇਹ ਪਾਰਟ 4 'ਚ ਇਨਕਲੂਡਡ ਨੇ। ਦੇ ਆਰ ਨੋਟ ਇਨਫੋਰਸੇਬਲ ਬਾਏ ਲਾਅ, ਕਿ ਜੇ ਤੁਸੀਂ ਇਹਨਾਂ ਨੂੰ ਨਹੀਂ ਫੋਲੋ ਕਰਦੇ ਜਾਂ ਕੋਈ ਨਹੀਂ ਫੋਲੋ ਕਰਦਾ, ਜ਼ਰੂਰੀ ਨਹੀਂ ਕਿ ਉਹਦੇ ਅਗੇਂਸਟ ਕੋਈ ਲੀਗਲ ਪ੍ਰੋਸੀਡਿੰਗ ਸ਼ੁਰੂ ਹੋ ਜਾਏ। ਸੋ ਦੀਜ਼ ਆਰ 11 ਇਨ ਨੰਬਰ, ਟੋਟਲ ਨੰਬਰ ਜੋ ਹੈ ਡਿਊਟੀਜ਼ ਦਾ ਇਟ ਇਜ਼ 11। ਕੁਐਸਚਨ ਨੰਬਰ 48 ਸੇਜ਼, ਫੰਡਾਮੈਂਟਲ ਰਾਈਟਸ ਆਰ ਨੋਟ ਗਿਵਨ ਟੂ, ਕਿ ਜੋ ਇਹ 4 ਆਪਸ਼ਨਸ ਨੇ ਇਹਨਾਂ ਵਿੱਚੋਂ ਕਿਸ ਕੇਸ 'ਚ ਫੰਡਾਮੈਂਟਲ ਰਾਈਟਸ ਨਹੀਂ ਦਿੱਤੇ ਜਾਂਦੇ? Option 1 is to a bankrupt person, option 2 is aliens, option 3 is person suffering from incurable diseases, option 4 is political sufferers. Correct answer here is option 2, aliens. ਇਸ ਨੂੰ ਹੋਰ ਐਕਸਪਲੇਨ ਕਰਦਿਆਂ ਹੋਇਆ ਕਿ ਇੰਡੀਆ ਲਾਈਕ ਐਨੀ ਅਦਰ ਮਾਡਰਨ ਸਟੇਟ ਹੈਜ਼ 2 kinds of people, ਕਿ ਇੰਡੀਆ 'ਚ 2 ਤਰ੍ਹਾਂ ਦੇ ਲੋਕ ਨੇ। ਫਸਟ ਕੈਟੇਗਰੀ ਇਜ਼ ਸਿਟੀਜ਼ਨਸ, second is aliens. Citizens are full members of the Indian state who enjoy full political and civil rights and owe allegiance to it, कि जो citizens ने, जो proper Indian citizens ने, जिन्हों को political rights भी ने, fundamental rights भी ने by birth, these are called the Indian citizens. Next category is aliens. Aliens on the other hand are citizens of some other states and do not enjoy it, ਕਿ ਜੋ ਫੰਡਾਮੈਂਟਲ ਰਾਈਟਸ ਨੇ, ਕੁਝ ਫੰਡਾਮੈਂਟਲ ਰਾਈਟਸ ਜੋ ਨੇ ਉਹ ਏਲੀਅਨਸ ਨੂੰ ਨਹੀਂ ਅਵੇਲੇਬਲ ਨੇ, primarily because they are not citizens. Aliens are further classified into friendly aliens or enemy aliens. Aliens ਦੇ ਅੱਗੇ 2 forms ਹੁੰਦੀਆਂ ਨੇ, friendly aliens and enemy aliens. Friendly aliens ਕੌਣ ਹੁੰਦੇ ਨੇ? People of country with which India has cordial relations. Friendly alien ਹੋਇਆ ਕਿ ਕਿਸੇ ਹੋਰ ਕੰਟਰੀ ਦੇ citizens ਨੇ
ਪਰ ਇੰਡੀਆ ਦੇ ਜਿਹਦੇ ਨਾਲ ਰਿਲੇਸ਼ਨਸ ਠੀਕ ਨੇ ਐਜ਼ ਅ ਫਰੈਂਡ। ਐਨੀਮੀ ਏਲੀਅਨਸ ਪੀਪਲ ਆਫ ਦ ਕੰਟਰੀ ਵਿਦ ਵਿਚ ਇੰਡੀਆ ਇਜ਼ ਐਟ ਵॉर, ਕਿਸ ਕੋਈ ਅਜਿਹੀ ਕੰਟਰੀ ਜਿਹਦੇ ਨਾਲ ਇੰਡੀਆ ਇਜ਼ ਐਟ ਵॉर, ਉਸ ਦੇ ਜੋ ਸਿਟੀਜ਼ਨਸ ਹੋਣਗੇ ਉਹਨਾਂ ਨੂੰ ਆਪਾਂ ਐਨੀਮੀ ਏਲੀਅਨ ਮੰਨਾਂਗੇ। ਦਸ ਐਨੀਮੀ ਏਲੀਅਨਸ ਡੂ ਨਾਟ ਇੰਜੋਏ ਪ੍ਰੋਟੈਕਸ਼ਨ ਅਗੇਂਸਟ ਅਰੈਸਟ ਐਂਡ ਡਿਟੈਂਸ਼ਨ। ਇਸ ਕਰਕੇ ਜੋ ਹੈ ਕਿ ਐਨੀਮੀ ਏਲੀਅਨਸ ਲਈ ਕੋਈ ਵੀ ਫੰਡਾਮੈਂਟਲ ਰਾਈਟ ਦੀ ਕੋਈ ਵੈਲਿਊ ਨਹੀਂ ਹੈ ਇੰਡੀਆ 'ਚ, ਅਤੇ ਨਾ ਹੀ ਉਹਨਾਂ ਨੂੰ ਕੋਈ ਪ੍ਰੋਟੈਕਸ਼ਨ ਹੈ। ਉਹਨਾਂ ਲਈ ਕੋਈ ਰਿਟ ਇਸ਼ੂ ਨਹੀਂ ਕਰੇਗਾ ਇੰਡੀਆ ਦੇ ਅੰਦਰ। ਦਸ ਵੀ ਕੈਨ ਸੇ ਕਿ ਏਲੀਅਨਸ ਨੇ ਜਿਨ੍ਹਾਂ ਕੋਲ ਫੰਡਾਮੈਂਟਲ ਰਾਈਟਸ ਦਾ ਕੋਈ ਉਹਨਾਂ ਲਈ ਇੰਡੀਆ 'ਚ ਆ ਕੇ ਉਹਨਾਂ ਲਈ ਕੋਈ ਵੈਲਿਊ ਨਹੀਂ ਰਹੇਗੀ ਫੰਡਾਮੈਂਟਲ ਰਾਈਟਸ ਦੀ। ਏਲੀਅਨਸ ਜੇ ਆਪਾਂ ਇਹਨੂੰ ਹੋਰ ਸਪੈਸੀਫਿਕਲੀ ਆਪਾਂ ਨੂੰ ਕੁਐਸਚਨ ਆ ਜਾਂਦਾ ਤਾਂ ਪਰਟੀਕੁਲਰਲੀ ਦੀਜ਼ ਆਰ ਦੀ ਐਨੀਮੀ ਏਲੀਅਨਸ। ਨੈਕਸਟ ਕੁਐਸਚਨ ਸੇਜ਼ ਕੰਸੈਂਟ ਆਫ ਦ ਪੀਪਲ ਮੀਨਸ ਕੰਸੈਂਟ ਆਫ, ਕਿ ਕੰਸੈਂਟ ਆਫ ਪੀਪਲ 'ਚ ਆਪਾਂ ਕਿੰਨੇ ਪੀਪਲ ਦੀ ਗੱਲ ਕਰਦੇ ਹਾਂ। ਆਪਸ਼ਨ 1 ਇਜ਼ ਅ ਫਿਊ ਪੀਪਲ, ਆਪਸ਼ਨ 2 ਇਜ਼ ਆਲ ਪੀਪਲ, ਆਪਸ਼ਨ 3 ਇਜ਼ ਮੈਜੋਰਿਟੀ ਆਫ ਦ ਪੀਪਲ, ਆਪਸ਼ਨ 4 ਇਜ਼ ਲੀਡਰ ਆਫ ਦ ਪੀਪਲ। Correct answer here is option 3, majority of the people. This question is more of self-explanatory, ਕਿਉਂਕਿ ਜਦੋਂ ਵੀ ਆਪਾਂ ਆਪਣੀ ਕੰਟਰੀ 'ਚ ਰੈਫਰੈਂਡਮ ਕਰਦੇ ਹਾਂ ਜਾਂ ਫਿਰ ਕਿਤੇ ਵੀ ਆਪਾਂ ਮੈਜੋਰਿਟੀ ਖੋਜਦੇ ਹਾਂ ਆਪਾਂ ਕਿਸੇ ਕੰਟਰੀ 'ਚ, ਭਾਵੇਂ ਕੁਛ ਵੀ ਆਪਾਂ ਕਰਨਾ ਕੁਛ ਐਟ ਪੋਲੀਟੀਕਲ ਲੈਵਲ, ਤਾਂ ਮੈਜੋਰਿਟੀ ਨੂੰ ਹਮੇਸ਼ਾ ਕੰਸੀਡਰ ਕੀਤਾ ਜਾਂਦਾ ਹੈ। ਥੋੜ੍ਹੇ ਲੋਕ ਜੋ ਹੈ ਓਨਾ ਪ੍ਰਭਾਵ ਨਹੀਂ ਪਾ ਸਕਦੇ ਜਿੰਨਾ ਕਿ ਮੈਜੋਰਿਟੀ ਪਾ ਸਕਦੀ ਹੈ। ਦਸ ਜੋ ਆਪਾਂ ਕੰਸੈਂਟ ਦੀ ਗੱਲ ਕਰਦੇ ਹਾਂ ਤਾਂ ਅਸੀਂ ਬਾਏ ਐਂਡ ਲਾਰਜ ਵੀ ਟਾਕ ਅਬਾਊਟ ਮੈਜੋਰਿਟੀ, ਕਿ ਮੈਕਸੀਮਮ ਲੋਕ ਹਾਮੀ ਭਰਦੇ ਨੇ ਤਾਂ ਹੀ ਆਪਾਂ ਉਹਨੂੰ ਪੋਲੀਟੀਕਲ ਲੈਵਲ 'ਤੇ ਕੋਈ ਚੀਜ਼ ਹੈ ਉਹਨੂੰ ਆਪਾਂ ਐਗਜ਼ੀਕਿਊਟ ਕਰਦੇ ਹਾਂ। ਨੈਕਸਟ ਕੁਐਸਚਨ ਇਜ਼ ਦ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪੋਲਿਸੀ ਵਾਜ਼ ਅਡੋਪਟਡ ਫਰੋਮ ਦ, ਜਿੱਦਾਂ ਕਿ ਆਪਾਂ ਪਿਛਲੇ ਸੈਸ਼ਨਸ 'ਚ ਵੀ ਗੱਲ ਕੀਤੀ ਸੀ ਕਿ ਜੇ ਆਪਣੇ ਕੌਨਸਟੀਟਿਊਸ਼ਨ ਦੇ ਫੀਚਰਸ ਨੇ ਇਹ ਕਿਸੇ ਨਾ ਕਿਸੇ ਕੰਟਰੀ ਤੋਂ ਥੋੜ੍ਹੇ ਅਡੋਪਟ ਕੀਤੇ ਹੋਏ ਨੇ। ਇਸੇ ਤਰ੍ਹਾਂ ਜੋ DPSPs ਹੈ ਮਤਲਬ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪੋਲਿਸੀ ਹੈ, ਇਹ ਕਿਹੜੇ ਕੌਨਸਟੀਟਿਊਸ਼ਨ ਤੋਂ ਅਡੋਪਟ ਕੀਤਾ ਗਿਆ। ਆਪਸ਼ਨ 1 ਇਜ਼ ਬ੍ਰਿਟਿਸ਼ ਕੌਨਸਟੀਟਿਊਸ਼ਨ, ਆਪਸ਼ਨ 2 ਇਜ਼ ਸਵਿਸ ਕੌਨਸਟੀਟਿਊਸ਼ਨ, ਆਪਸ਼ਨ 3 ਇਜ਼ US ਕੌਨਸਟੀਟਿਊਸ਼ਨ, ਆਪਸ਼ਨ 4 ਇਜ਼ ਆਇਰਿਸ਼ ਕੌਨਸਟੀਟਿਊਸ਼ਨ। ਕਰੈਕਟ ਆਨਸਰ ਹੇਅਰ ਇਜ਼ ਆਪਸ਼ਨ 4 ਆਇਰਿਸ਼ ਕੌਨਸਟੀਟਿਊਸ਼ਨ। ਜਿੱਦਾਂ ਕਿ ਆਪਾਂ ਪਿਛਲੇ ਸੈਸ਼ਨਸ 'ਚ ਵੀ ਇਸ ਬਾਰੇ ਗੱਲ ਕੀਤੀ ਸੀ ਕਿ ਜੋ ਆਪਣਾ ਇੰਡੀਅਨ ਕੌਨਸਟੀਟਿਊਸ਼ਨ ਹੈ ਇਟ ਇਜ਼ ਨਾਟ ਪਿਓਰਲੀ ਇੰਡੀਅਨ, ਇਹਦੇ ਜੋ ਫੀਚਰਸ ਨੇ ਉਹ ਆਪਾਂ ਹੋਰ ਕੰਟਰੀਜ਼ ਤੋਂ ਕਲੈਕਟ ਕਰਕੇ ਇਹਨੂੰ ਕੰਪਾਈਲ ਕੀਤਾ ਹੋਇਆ। ਇਸੇ ਤਰ੍ਹਾਂ ਜੋ ਕੰਸੈਪਟ ਆਫ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪੋਲਿਸੀ ਹੈ ਇਟ ਵਾਜ਼ ਬੋਰੋਡ ਫਰੋਮ ਦੀ ਆਇਰਿਸ਼ ਕੌਨਸਟੀਟਿਊਸ਼ਨ, ਕਿ ਇਹ ਜੋ ਆਪਾਂ DPSPs ਦਾ ਕੌਨਸੈਪਟ ਸੀਗਾ ਇਹ ਆਪਾਂ ਆਇਰਿਸ਼ ਕੌਨਸਟੀਟਿਊਸ਼ਨ ਤੋਂ ਬੋਰੋ ਕੀਤਾ। The makers of the Constitution of India were influenced by the Irish nationalist movement, particularly the Irish Home Rule movement. ਇਹ ਜੋ ਆਪਣੇ ਜੋ ਕੌਨਸਟੀਟਿਊਸ਼ਨ ਜਿਸਨੇ ਵੀ ਡਿਜ਼ਾਈਨ ਕੀਤਾ ਦੇ ਵਰ ਇਨਫਲੂਐਂਸਡ, ਇਹ ਆਇਰਿਸ਼ ਹੋਮ ਰੂਲ ਮੂਵਮੈਂਟ ਤੋਂ ਬਹੁਤ ਇਨਫਲੂਐਂਸ ਹੋਏ। ਇਸ ਕਰਕੇ ਜੋ ਹੈ ਡਾਇਰੈਕਟਿਵ ਪ੍ਰਿੰਸੀਪਲਸ ਆਫ ਇੰਡੀਅਨ ਕੌਨਸਟੀਟਿਊਸ਼ਨ ਹੈਵ ਬੀਨ ਗ੍ਰੇਟਲੀ ਇਨਫਲੂਐਂਸਡ ਬਾਏ ਦ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪੋਲਿਸੀ। ਇਸੇ ਕਰਕੇ ਜੋ ਡਾਇਰੈਕਟਿਵ ਪ੍ਰਿੰਸੀਪਲਸ ਮੈਂਸ਼ਨ ਨੇ ਇੰਡੀਅਨ ਕੌਨਸਟੀਟਿਊਸ਼ਨ 'ਚ ਉਹ ਉਹਨਾਂ ਦਾ ਬੈਕਗਰਾਊਂਡ ਕਿਹਦੇ ਨਾਲ ਲਿੰਕਡ ਹੈ, ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪੋਲਿਸੀ ਨਾਲ। ਕੁਐਸਚਨ 51 ਸੇਜ਼ which one of the following is the guardian of fundamental rights? It is a repeated question ਤੇ ਇਹਦੇ ਆਪਸ਼ਨਸ 'ਚ ਥੋੜ੍ਹਾ ਜਿਹਾ ਟਵਿਸਟ ਹੈ ਬਟ ਆਈ ਹੋਪ the answer ਤੁਹਾਨੂੰ ਯਾਦ ਹੋਏਗਾ। ਆਨਸਰ ਆਲਵੇਜ਼ ਰਿਮੇਨਸ ਦ ਸੇਮ। ਆਪਸ਼ਨ 1 ਇਜ਼ ਲੈਜਿਸਲੇਟਰ, ਆਪਸ਼ਨ 2 ਇਜ਼ ਐਗਜ਼ੀਕਿਊਟਿਵ, ਆਪਸ਼ਨ 3 ਇਜ਼ ਪੋਲੀਟੀਕਲ ਪਾਰਟੀਜ਼, ਆਪਸ਼ਨ 4 ਇਜ਼ ਜੁਡੀਸ਼ਰੀ। ਪਿਛਲੇ ਕੁਐਸਚਨਸ 'ਚ ਆਪਾਂ ਸੁਪਰੀਮ ਕੋਰਟ ਨੂੰ ਆਨਸਰ ਕੀਤਾ ਸੀਗਾ। ਅਗੇਨ ਦੀ ਆਨਸਰ ਇਜ਼ ਅਗੇਨ ਦ ਸੇਮ, ਦੈਟ ਇਜ਼ ਆਪਸ਼ਨ ਨੰਬਰ 4 ਜੁਡੀਸ਼ਰੀ। ਸਿੰਸ ਇਟ ਇਜ਼ ਅ ਰਿਪੀਟਡ ਕੁਐਸਚਨ ਅਗੇਨ ਮੈਂ ਉਹੀ ਚੀਜ਼ ਤੁਹਾਨੂੰ ਦੱਸਣਾ ਚਾਹੂੰਗੀ ਕਿ ਜੋ ਕੌਨਸਟੀਟਿਊਸ਼ਨ ਹੈ ਉਹਨੇ ਸੁਪਰੀਮ ਕੋਰਟ ਨੂੰ ਪਾਵਰ ਦਿੱਤੀ ਹੈ ਸਾਡੀ ਫੰਡਾਮੈਂਟਲ ਰਾਈਟਸ ਨੂੰ ਪ੍ਰੋਟੈਕਟ ਕਰਨ ਲਈ, ਸਾਡੀ ਹੈਲਪ ਕਰਨ ਵਾਸਤੇ। ਸੋ ਸੁਪਰੀਮ ਕੋਰਟ ਐਂਡ ਹਾਈ ਕੋਰਟ ਜੋ ਹੈ ਇਸ ਦੇ ਅੰਡਰ ਸਾਨੂੰ ਰਿਟਸ ਇਸ਼ੂ ਕਰਦਾ। ਜਦੋਂ ਵੀ ਸਾਡੀ ਫੰਡਾਮੈਂਟਲ ਰਾਈਟਸ ਨਾਲ ਕੋਈ ਇਨਜਸਟਿਸ ਹੁੰਦਾ ਤਾਂ ਅਸੀਂ ਰਿਟਸ ਇਸ਼ੂ ਕਰਵਾ ਸਕਦੇ ਹਾਂ ਫਰੋਮ ਸੁਪਰੀਮ ਕੋਰਟ ਐਂਡ ਹਾਈ ਕੋਰਟ।
ਤਾਂ ਸੁਪਰੀਮ ਕੋਰਟ ਐਂਡ ਹਾਈ ਕੋਰਟ ਨੂੰ ਕਲੈਕਟਿਵਲੀ ਆਪਾਂ ਜੁਡੀਸ਼ਰੀ ਕਹਿੰਦੇ ਆ, ਇਟ ਇਜ਼ ਦ ਜੁਡੀਸ਼ੀਅਲ ਬੋਡੀ ਆਫ ਆਰ ਕੰਟਰੀ, thus the answer in this question is judiciary. Next question says, the idea of directive principles of state policy was borrowed by the framers of the Indian Constitution from the Constitution of, it is again a repeated question कि DPSPs जो ने ਆਪਾਂ ਕਿਹੜੇ constitution ਤੋਂ borrow ਕੀਤੇ. Option 1 is South Africa, option 2 is the Republic of Germany, option 3 is the Republic of Ireland, option 4 is Canada. Correct answer here is option 3, Republic of Ireland or the Irish Constitution. ਜਿੱਦਾਂ ਕਿ ਆਪਾਂ ਪਿਛਲੇ ਸੈਸ਼ਨਸ 'ਚ ਵੀ ਇਸ ਬਾਰੇ ਗੱਲ ਕੀਤੀ ਸੀ ਕਿ ਜੋ ਆਪਣਾ ਇੰਡੀਅਨ ਕੌਨਸਟੀਟਿਊਸ਼ਨ ਹੈ ਇਟ ਇਜ਼ ਨਾਟ ਪਿਓਰਲੀ ਇੰਡੀਅਨ, ਇਹਦੇ ਜੋ ਫੀਚਰਸ ਨੇ ਉਹ ਆਪਾਂ ਹੋਰ ਕੰਟਰੀਜ਼ ਤੋਂ ਕਲੈਕਟ ਕਰਕੇ ਇਹਨੂੰ ਕੰਪਾਈਲ ਕੀਤਾ ਹੋਇਆ. ਇਸੇ ਤਰ੍ਹਾਂ ਜੋ ਕੰਸੈਪਟ ਆਫ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪੋਲਿਸੀ ਹੈ ਇਟ ਵਾਜ਼ ਬੋਰੋਡ ਫਰੋਮ ਦੀ ਆਇਰਿਸ਼ ਕੌਨਸਟੀਟਿਊਸ਼ਨ, ਕਿ ਇਹ ਜੋ ਆਪਾਂ DPSPs ਦਾ ਕਨਸੈਪਟ ਸੀਗਾ ਇਹ ਆਪਾਂ ਆਇਰਿਸ਼ ਕੌਨਸਟੀਟਿਊਸ਼ਨ ਤੋਂ ਬੋਰੋ ਕੀਤਾ. The makers of the Constitution of India were influenced by the Irish nationalist movement, particularly the Irish Home Rule movement. ਇਹ ਜੋ ਆਪਣੇ ਜੋ ਕੌਨਸਟੀਟਿਊਸ਼ਨ ਜਿਸਨੇ ਵੀ ਡਿਜ਼ਾਈਨ ਕੀਤਾ they were influenced, ਇਹ ਆਇਰਿਸ਼ ਹੋਮ ਰੂਲ ਮੂਵਮੈਂਟ ਤੋਂ ਬਹੁਤ ਇਨਫਲੂਐਂਸ ਹੋਏ. ਇਸ ਕਰਕੇ ਜੋ ਹੈ ਡਾਇਰੈਕਟਿਵ ਪ੍ਰਿੰਸੀਪਲਸ ਆਫ ਇੰਡੀਅਨ ਕੌਨਸਟੀਟਿਊਸ਼ਨ ਹੈਵ ਬੀਨ ਗ੍ਰੇਟਲੀ ਇਨਫਲੂਐਂਸਡ ਬਾਏ ਦ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪੋਲਿਸੀ. ਇਸੇ ਕਰਕੇ ਜੋ ਡਾਇਰੈਕਟਿਵ ਪ੍ਰਿੰਸੀਪਲਸ ਮੈਂਸ਼ਨ ਨੇ ਇੰਡੀਅਨ ਕੌਨਸਟੀਟਿਊਸ਼ਨ 'ਚ ਉਹ ਉਹਨਾਂ ਦਾ ਬੈਕਗਰਾਊਂਡ ਕਿਹਦੇ ਨਾਲ ਲਿੰਕਡ ਹੈ, ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪੋਲਿਸੀ ਨਾਲ. Moving on to question number 53. In which form of government bicameralism is an essential feature? कि जो bicameralism है वो केड़ी type of government का एक essential feature है. Option 1 is presidential, option 2 is parliamentary, option 3 is federal, option 4 is unitary. The correct answer here is option C, federal. ਇਸ ਨੂੰ ਹੋਰ ਐਕਸਪਲੇਨ ਕਰਦਿਆਂ ਹੋਇਆਂ ਕਿ ਜੋ ਬਾਈਕੈਮਰਲ ਲੈਜਿਸਲੇਚਰ ਹੈ ਇਸ ਦੇ ਅੰਡਰ ਕੀ ਹੁੰਦਾ ਕਿ ਦੋ ਸੈਪਰੇਟ ਅਸੈਂਬਲੀਜ਼ ਬਣ ਜਾਂਦੀਆਂ ਜਾਂ ਹਾਊਸਿਸ ਇਨ ਅ ਕੰਟਰੀ ਜਾਂ ਇਨ ਅ ਗਵਰਨਮੈਂਟ. ਫੋਰ ਐਗਜ਼ਾਮਪਲ ਇੰਡੀਆ 'ਚ ਹੈ ਜਿੱਦਾਂ ਲੋਕ ਸਭਾ ਅਤੇ ਰਾਜ ਸਭਾ, ਬ੍ਰਿਟੇਨ 'ਚ ਹਾਊਸ ਆਫ ਲਾਰਡਸ ਐਂਡ ਹਾਊਸ ਆਫ ਕਾਮਨਸ, ਐਂਡ ਇਨ USA ਵੀ ਹੈਵ ਸੈਨੇਟ ਐਂਡ ਦੀ ਹਾਊਸ ਆਫ ਰਿਪਰੈਜ਼ੈਂਟੇਟਿਵਸ. ਕਿ ਇੱਦਾਂ ਆਪਣੇ ਦੋ ਹਾਊਸਿਸ ਹੋ ਜਾਂਦੇ ਨੇ ਬਾਈਕੈਮਰਲਿਜ਼ਮ 'ਚ, ਜਿਸ ਨਾਲ ਕੀ ਹੈ ਸੈਂਟਰ ਅਤੇ ਸਟੇਟ ਦੀ ਉਸੇ ਹਾਊਸ 'ਚ ਰਿਸਪੋਂਸੀਬਿਲਿਟੀਜ਼ ਡਿਸਟਰੀਬਿਊਟ ਹੁੰਦੀਆਂ, ਵਿੱਚ ਜਦੋਂ ਰਿਸਪੋਂਸੀਬਿਲਿਟੀਜ਼ ਡਿਸਟਰੀਬਿਊਸ਼ਨ ਦੀ ਗੱਲ ਹੋ ਜਾਂਦੀ ਹੈ ਤਾਂ ਆਪਾਂ ਫੈਡਰਲ ਸਟੇਟ ਦਾ ਆਪਾਂ ਇਹਨੂੰ ਫੀਚਰ ਮੰਨਦੇ ਹਾਂ. ਨੈਕਸਟ ਕੁਐਸਚਨ ਸੇਜ਼, which of the following articles of the constitution deals with the fundamental duties? ਕਿ ਇਹਨਾਂ ਵਿੱਚੋਂ ਕਿਹੜੇ ਆਰਟੀਕਲ ਨੇ ਜੋ ਕਿ ਫੰਡਾਮੈਂਟਲ ਡਿਊਟੀਜ਼ ਨਾਲ ਐਸੋਸੀਏਟਡ ਨੇ. ਫਸਟ ਆਪਸ਼ਨ ਇਜ਼ ਆਰਟੀਕਲ 39C, ਸੈਕਿੰਡ ਆਪਸ਼ਨ ਇਜ਼ ਆਰਟੀਕਲ 51A, ਥਰਡ ਆਪਸ਼ਨ ਇਜ਼ ਆਰਟੀਕਲ 29B, fourth says none of the above. The correct answer here is option number 2, article 51A. ਇਹਨੂੰ ਹੋਰ ਐਕਸਪਲੇਨ ਕਰਦਿਆਂ ਹੋਇਆਂ ਕਿ the Constitution by 42nd Amendment Act 1976 breaks new ground by introducing the innovative concept of fundamental duties of the Indian citizens in the Constitution. ਕਿ 42nd Amendment Act ਦੇ ਥਰੂ ਕੀ ਕੀਤਾ, ਆਪਣੇ Constitution 'ਚ ਆਪਾਂ ਨੇ fundamental duties ਨੂੰ introduce ਕਰਵਾ ਲਿਆ. For this purpose a new part 4A consisting of article 51A has been added. ਅਤੇ ਇਸ ਕਰਕੇ ਕੀ ਹੋਇਆ, ਇੱਕ ਨਵਾਂ ਪਾਰਟ ਐਡ ਹੋਇਆ ਜਿਸ ਦੇ ਅੰਦਰ ਆਰਟੀਕਲ 51A ਐਡ ਹੋਇਆ. ਅਤੇ ਆਰਟੀਕਲ 51 ਦੇ ਅੰਦਰ ਕੀ ਹੈਗੀਆਂ, ਅਸੀਂ 10 ਫੰਡਾਮੈਂਟਲ ਡਿਊਟੀਜ਼ ਨੂੰ ਮੈਂਸ਼ਨ ਕਰਦੇ ਹਾਂ ਅੰਡਰ ਆਰਟੀਕਲ 51A. Question number 55 says, the preamble to our constitution makes no mention of, ਕਿ ਇਹਨਾਂ ਚਾਰ ਆਪਸ਼ਨਸ ਵਿੱਚੋਂ ਜੋ ਆਪਣਾ ਪ੍ਰੀਐਂਬਲ ਹੈ ਉਹ ਕਿਸ ਚੀਜ਼ ਦੀ ਗੱਲ ਨਹੀਂ ਕਰ ਰਿਹਾ. ਪਲੀਜ਼ ਰੀਡ ਦੀ ਕੁਐਸਚਨ ਅਗੇਨ. ਮੇਕਸ ਨੋ ਮੈਂਸ਼ਨ ਆਫ. ਆਪਸ਼ਨ 1 ਇਜ਼ ਜਸਟਿਸ, ਆਪਸ਼ਨ 2 ਇਜ਼ ਫਰਟਰਨਿਟੀ, ਆਪਸ਼ਨ 3 ਇਜ਼ ਇਕੁਆਲਿਟੀ ਆਫ ਸਟੇਟਸ, ਆਪਸ਼ਨ 4 ਇਜ਼ ਅਡਲਟ ਫਰੈਂਚਾਈਜ਼. ਦ ਕਰੈਕਟ ਆਪਸ਼ਨ ਹੀਅਰ ਇਜ਼ option number 4, adult franchisee.
ਵਨਸ ਅਗੇਨ ਸਾਨੂੰ ਇਸ ਕੁਐਸਚਨ ਨੂੰ ਜਸਟੀਫਾਈ ਕਰਨ ਲਈ, ਇਸ ਦੇ ਆਨਸਰ ਨੂੰ ਜਸਟੀਫਾਈ ਕਰਨ ਲਈ ਪ੍ਰੀਐਮਬਲ ਦੇ ਪਿਓਰ ਟੈਕਸਟ ਨੂੰ ਰੈਫਰ ਕਰਨਾ ਪਏਗਾ, which says, we the people of India, having solemnly resolved to constitute India into a sovereign, socialist, secular, democratic republic, and to secure to all its citizens justice, social, economical, political, liberty of thought, expression, belief, faith, and worship, equality of status and opportunity, and to promote them among all, fraternity, assuring the dignity of the individual and the unity and integrity of the nation. In our Constituent Assembly, this 26th day of November 1949, do hereby adopt, enact, and give to ourselves this Constitution. ਸੋ ਇਹਨੂੰ ਪੜ੍ਹ ਕੇ, ਇਹਨੂੰ ਰੈਫਰ ਕਰਕੇ ਆਪਾਂ ਨੂੰ ਇੱਕ ਚੀਜ਼ ਕਲੀਅਰ ਹੋ ਜਾਂਦੀ ਹੈ ਕਿ ਆਪਣੇ ਪ੍ਰੈਂਬਲ 'ਚ ਜੋ ਹੈ ਯੂਨੀਵਰਸਲ ਐਡਲਟ ਫਰੈਂਚਾਈਜ਼ ਜਾਂ ਵੋਟਿੰਗ ਰਾਈਟਸ ਜਾਂ ਯੂਨੀਵਰਸਲ ਐਡਲਟ ਸਫਰੇਜ ਦਾ ਕੋਈ ਮੈਂਸ਼ਨ ਨਹੀਂ ਹੈ। ਬਾਕੀ ਤਿੰਨ ਜੋ ਆਪਸ਼ਨਸ ਦਿੱਤੇ ਹੈ ਦੇ ਆਰ ਇਨ ਦ ਪ੍ਰੈਂਬਲ, ਦੈਟ ਇਜ਼ ਵਾਈ ਦ ਆਂਸਰ ਹੈਪਨਸ ਟੂ ਬੀ ਯੂਨੀਵਰਸਲ ਐਡਲਟ suffrage. Moving on to question number 56. Which part of the constitution deals with directive principles of state policy? कि DPSPs जो ने साडे constitution दे केड़े part च included ने? Option 1 is part 3, option 2 is part 4, option 3 is part 1, option 4 is part 2. Correct answer here is option number 2, part 4. The question was repeated and so will be the explanation कि जो अपने डायरेक्टिव प्रिंसिपल्स ऑफ स्टेट पॉलिसी ने, दीज आर इंक्लूडेड इन पार्ट 4 ऑफ द कॉन्स्टिट्यूशन. दीज आर नॉट इनफोर्सिबल बाय लॉ कि जे इन्हां नूं कोई नहीं फॉलो करता तो उन्होंने कोई पनिशमेंट नहीं मिलेगी. तो इन्हां दा बेसिक जो है आइडिया कि इन्हां ये क्यों आपां इंट्रोड्यूस किया इज़ टू मेनटेन इंडिया एज अ वेलफेयर स्टेट. नेक्स्ट क्वेश्चन सेज फंडामेंटल ड्यूटीज़ वर एडिड टू द कॉन्स्टिट्यूशन बाय कि केड़ी अमेंडमेंट के थ्रू जो है साडी फंडामेंटल ड्यूटीज़ वर एडिड टू द इंडियन कॉन्स्टिट्यूशन. ऑप्शन 1 इज़ 24th अमेंडमेंट, ऑप्शन 2 इज़ 39th अमेंडमेंट, ऑप्शन 3 इज़ 42nd अमेंडमेंट, ऑप्शन 4 इज़ 44th अमेंडमेंट. करेक्ट आंसर हेयर इज़ ऑप्शन 3, 42nd अमेंडमेंट. 42nd ਅਮੈਂਡਮੈਂਟ ਨੂੰ ਥੋੜ੍ਹਾ ਹੋਰ ਐਕਸਪਲੇਨ ਕਰਦਿਆਂ ਹੋਇਆਂ ਕਿ ਜੋ 42nd ਅਮੈਂਡਮੈਂਟ ਆਫ ਦ ਕੌਨਸਟੀਟਿਊਸ਼ਨ ਇਜ਼ ਓਫੀਸ਼ੀਅਲੀ ਨੋਨ ਐਜ਼ ਦੀ ਮਿਨੀ ਕੌਨਸਟੀਟਿਊਸ਼ਨ ਔਰ 42nd ਅਮੈਂਡਮੈਂਟ ਐਕਟ 1976. ਇਹ ਜੋ ਐਕਟ ਸੀਗਾ ਇਹ ਐਟ ਦ ਟਾਈਮ ਆਫ ਐਮਰਜੈਂਸੀ ਇਨੈਕਟ ਕੀਤਾ ਗਿਆ. ਐਮਰਜੈਂਸੀ ਕਦੋਂ? 25 ਜੂਨ 1975 ਤੋਂ ਲੈ ਕੇ 21 ਮਾਰਚ 1977. ਇਸ ਦੌਰਾਨ ਜੋ ਐਮਰਜੈਂਸੀ ਲੱਗੀ ਸੀ ਉਸ 'ਚ ਆਪਾਂ 42nd ਅਮੈਂਡਮੈਂਟ ਲੈ ਕੇ ਆਏ ਬਾਈ ਦੀ ਇੰਡੀਅਨ ਨੈਸ਼ਨਲ ਕਾਂਗਰਸ ਗਵਰਨਮੈਂਟ ਹੈਡਡ ਬਾਈ ਇੰਦਰਾ ਗਾਂਧੀ. ਉਸ ਟਾਈਮ ਦੀ ਜੋ ਇੰਡੀਅਨ ਨੈਸ਼ਨਲ ਕਾਂਗਰਸ ਗਵਰਨਮੈਂਟ ਸੀਗੀ ਜਿਸ ਦੇ ਪ੍ਰਧਾਨ ਮਿਸਿਸ ਇੰਦਰਾ ਗਾਂਧੀ ਸੀਗੇ. Most provisions of the amendment came into effect on 3 January 1977. Others were enforced from 1st February and Section 27 came into force from 1st April 1977. कि आ जो कुछ dates ਦਿੱਤੀਆਂ ਨੇ ਇਸ ਦੇ ਦੌਰਾਨ ਜੋ ਹੈ ਇਹ ਆਰਟੀਕਲ ਇਨਫੋਰਸ ਹੋਣਾ ਸ਼ੁਰੂ ਹੋ ਗਿਆ. ਇਹ ਅਮੈਂਡਮੈਂਟ ਜੋ ਸੀ ਇਹ ਇਨਫੋਰਸ ਹੋਣੀ ਸ਼ੁਰੂ ਹੋ ਗਈ. 42nd amendment is regarded as the most controversial constitutional amendment ਜੋ ਕਿ ਇਹ ਜਿਹੜੀ amendment ਹੋਈ ਸੀ ਇਹਨੂੰ ਬੜਾ controversial ਮੰਨਿਆ ਗਿਆ in the Indian history ਕਿਉਂਕਿ ਇਸ ਦੇ ਜਦੋਂ ਆਪਾਂ ਇਹ ਆਰਟੀਕਲ ਦੀ ਗੱਲ ਕਰਦੇ ਹਾਂ ਇਸਨੇ ਉਸ ਟਾਈਮ 'ਤੇ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੀ ਪਾਵਰ ਨੂੰ ਰਿਡਿਊਸ ਕਰਨ ਦੀ ਕੋਸ਼ਿਸ਼ ਕੀਤੀ. ਇਸ ਤੋਂ ਇਲਾਵਾ ਇਟ ਲੇਡ ਡਾਊਨ ਦ ਫੰਡਾਮੈਂਟਲ ਡਿਊਟੀਜ਼ ਆਫ ਸਿਟੀਜ਼ਨਸ ਇਨ ਪਾਰਟ 4A. ਅਤੇ ਇਹਨੇ ਕੀ ਕੀਤਾ ਫੰਡਾਮੈਂਟਲ ਡਿਊਟੀਜ਼ ਜੋ ਹੈ ਉਹਨੂੰ ਮੈਂਸ਼ਨ ਕੀਤਾ ਇਨ ਪਾਰਟ 4A. ਬਹੁਤ ਸਾਰੀਆਂ ਜੋ ਸੀਗੀਆਂ ਪ੍ਰੋਵੀਜ਼ਨਸ ਜਾਂ ਕਹਿ ਲਓ ਕਿ ਬਹੁਤ ਸਾਰੀ ਐਡੀਟਿੰਗ ਕੀਤੀ ਗਈ ਥਰੂ ਦਿਸ ਆਰਟੀਕਲ. ਇਸ ਕਰਕੇ ਇਹਨੂੰ ਕਹਿੰਦੇ ਦਿਸ ਅਮੈਂਡਮੈਂਟ ਇਸ ਕਰਕੇ ਇਹਨੂੰ ਕੀ ਕਹਿੰਦੇ ਆ ਮਿਨੀ ਕੌਨਸਟੀਟਿਊਸ਼ਨ. Question 58 says a secular state is the one which कि जो secular state है ਉਹਦੇ ਕੀ characteristics ਨੇ? Option 1 is has no religion of its own, option 2 is irreligious, option 3 is anti-religion,
Option 4 is takes into consideration the religious sentiments of the people. It is a very interesting and a very confusing question. ਇਸ 'ਚ ਮੈਨੂੰ ਦੋ options ਨੇ ਜੋ ਬਹੁਤ correct ਲੱਗਦੇ ਨੇ. Option 1 that has no religion of its own and option 4 कि it takes into consideration the religious sentiments of the people. If you have a better answer, please post in the comments. ਆਪਾਂ ਜਦੋਂ ਸੈਕੂਲਰ ਸਟੇਟ ਦੀ ਗੱਲ ਕਰਦੇ ਹਾਂ ਵੀ ਟਾਕ ਅਬਾਊਟ ਸਮ ਆਫ ਇਟਸ ਇੰਪੋਰਟੈਂਟ ਫੀਚਰਸ ਜਾਂ ਮੋਸਟ ਹਾਈਲਾਈਟਿੰਗ ਫੀਚਰਸ ਜਦੋਂ ਆਪਾਂ ਗੱਲ ਕਰਦੇ ਹਾਂ ਸੈਕੂਲਰ ਸਟੇਟ ਦੇ ਉਹ ਨੇ ਕਿ ਅ ਸੈਕੂਲਰ ਸਟੇਟ ਡਜ਼ ਨਾਟ ਹੈਜ਼ ਐਨੀ ਓਫੀਸ਼ੀਅਲ ਰਿਲੀਜਨ. It neither encourages or discourages the practice of any religion. All citizens are free to propagate, profess or practice their own religion. ਕਿ ਜਦੋਂ ਆਪਾਂ ਸੈਕੂਲਰ ਸਟੇਟ ਦੇ ਕਨਸੈਪਟ ਦੀ ਗੱਲ ਕਰਦੇ ਹਾਂ ਤਾਂ ਸੈਕੂਲਰ ਸਟੇਟ 'ਚ ਕੀ ਹੈ ਕਿ ਸਟੇਟ ਦਾ ਕੋਈ ਆਪਣਾ ਰਿਲੀਜਨ ਨਹੀਂ ਹੈਗਾ. ਸਟੇਟ ਨੂੰ ਆਪਾਂ ਕਿਸੇ ਰਿਲੀਜਨ ਨਾਲ ਆਪਾਂ ਉਹਨੂੰ ਰਿਲੀਜਨ ਨਾਲ ਨਹੀਂ ਤੋਲਦੇ. ਸਟੇਟ ਜੋ ਹੈ ਇਟ ਇਜ਼ ਫਰੀ ਆਫ ਰਿਲੀਜਨ. ਉਹਦਾ ਕੋਈ ਆਪਣਾ ਓਫੀਸ਼ੀਅਲ ਰਿਲੀਜਨ ਨਹੀਂ ਹੈਗਾ. ਨਾ ਕਿ ਨਾ ਹੀ ਸਾਨੂੰ ਸਟੇਟ ਜੋ ਹੈ ਉਹ ਇਨਕਰੇਜ ਕਰ ਸਕਦਾ ਜਾਂ ਡਿਸਕਰੇਜ ਕਰ ਸਕਦਾ ਕਿ ਤੁਸੀਂ ਇੱਕ ਪਰਟੀਕੂਲਰ ਰਿਲੀਜਨ ਨੂੰ ਫੋਲੋ ਕਰੋ ਜਾਂ ਨਾ ਕਰੋ. ਇਸ ਦੇ ਅਕੋਰਡਿੰਗ ਮੈਨੂੰ ਆਪਸ਼ਨ ਏ ਸਭ ਤੋਂ ਜ਼ਿਆਦਾ ਅਪਰੋਪਰੀਏਟ ਆਨਸਰ ਲੱਗਦਾ. ਅਤੇ ਸੈਕੂਲਰ ਸਟੇਟ 'ਚ ਕੀ ਹੁੰਦਾ ਕਿ ਜੋ ਸਿਟੀਜ਼ਨ ਨੇ ਇਸ ਐਸੀ ਸਟੇਟ ਦੇ ਉਹਨਾਂ ਕੋਲ ਉਹ ਆਪਣੀ ਮਰਜ਼ੀ ਨਾਲ ਕੋਈ ਵੀ ਰਿਲੀਜਨ ਨੂੰ ਪ੍ਰੋਪੋਗੇਟ, ਪ੍ਰੋਫੈਸ ਜਾਂ ਪ੍ਰੈਕਟਿਸ ਕਰ ਸਕਦੇ ਆ. ਕੋਈ ਵੀ ਰਿਲੀਜਨ ਆਪਣੇ ਜੋ ਵੀ ਉਹਨਾਂ ਨੂੰ ਸੂਟੇਬਲ ਲੱਗਦਾ ਦੇ ਕੈਨ ਪ੍ਰੋਫੈਸ ਐਂਡ ਪ੍ਰੋਪੋਗੇਟ, ਪ੍ਰੋਫੈਸ ਔਰ ਪ੍ਰੈਕਟਿਸ. ਇਸ ਡੈਫੀਨੇਸ਼ਨ ਦੇ ਅਕੋਰਡਿੰਗ ਆਈ ਫੀਲ ਆਪਸ਼ਨ ਏ ਇਜ਼ ਦ ਮੋਸਟ ਅਪਰੋਪਰੀਏਟ ਆਨਸਰ. Next question says the freedom of press is implied in the right to कि जो freedom of press है वो केड़ी right नाल associated है. Option 1 is equal protection of the laws. Option 2 is freedom of speech. Option 3 is freedom of association. Option 4 is work and material security. Correct answer here is option 2, freedom of speech. ਥੋੜਾ ਹੋਰ ਡਿਟੇਲਸ ਦੇਖਦਿਆਂ ਹੋਇਆਂ ਕਿ ਜੋ ਫਰੀਡਮ ਆਫ ਪ੍ਰੈਸ ਹੈ ਇਟ ਇਜ਼ ਨਾਟ ਸਪੈਸੀਫਿਕਲੀ ਮੈਂਸ਼ਨਡ ਇਨ ਆਰਟੀਕਲ 19(1) ਆਫ ਦੀ ਕੌਨਸਟੀਟਿਊਸ਼ਨ ਆਫ ਇੰਡੀਆ. what is mentioned there is only freedom of speech and expression. ਕਿ ਜੋ freedom of press ਹੈ ਉਹ directly mentioned ਨਹੀਂ ਹੈਗਾ. ਉਸਦੀ ਜਗ੍ਹਾ ਕੀ ਆਪਾਂ mention ਦੇਖਦੇ ਹਾਂ constitution 'ਚ it is the freedom of speech and expression. The Constituent Assembly debates was made clear by Dr. B.R. Ambedkar, the chairman of drafting committee, that no special mention of the freedom of press was necessary at all, as the press and an individual or a citizen were same as far as the right of expression was concerned. ਕਿ ਜਦੋਂ ਆਪਣਾ ਕੌਨਸਟੀਟਿਊਸ਼ਨ ਡਿਜ਼ਾਈਨ ਹੋਇਆ ਅਤੇ ਉਹਨਾਂ ਨੇ ਕੀ ਪ੍ਰਪੋਜ਼ ਕੀਤਾ ਕਿ ਉਸ ਟਾਈਮ 'ਚ ਫਰੀਡਮ ਆਫ ਪ੍ਰੈਸ ਦੀ ਕੋਈ ਇੰਨੀ ਜ਼ਰੂਰਤ ਨਹੀਂ ਸੀਗੀ ਕਿਉਂਕਿ ਆਪਾਂ ਫਰੀਡਮ ਆਫ ਸਪੀਚ ਐਂਡ ਐਕਸਪ੍ਰੈਸ਼ਨ ਲਾਗੂ ਕਰ ਦਿੱਤਾ ਸੀ ਜੋ ਕਿ ਇੱਕ ਜਰਨਲਿਸਟ ਜਾਂ ਕਹਿ ਲਓ ਪ੍ਰੈਸ ਦੇ ਮੈਂਬਰ ਲਈ ਅਤੇ ਇੱਕ ਆਮ ਸਿਟੀਜ਼ਨ ਲਈ ਇਟ ਇਜ਼ ਇਕੁਅਲ. ਫਰੀਡਮ ਆਫ ਸਪੀਚ ਐਂਡ ਐਕਸਪ੍ਰੈਸ਼ਨ. Next question is fundamental rights granted to the Indian citizens. कि एक 4 केस ਜਿਹੜੇ ਦਿੱਤੇ ਹੋਏ ਨੇ ਸਾਡੇ ਕੋਲ ਆਪਸ਼ਨਸ 'ਚ ਫੰਡਾਮੈਂਟਲ ਰਾਈਟਸ ਨਾਲ ਕੀ ਹੋ ਸਕਦਾ ਹੈ. First option is cannot be suspended. Second option is can be suspended. Third option is can never be suspended under any circumstance. Fourth option is none of the above. मेरे अकॉर्डिंग द आंसर इज़ ऑप्शन नंबर 4 नन ऑफ द अबव. क्योंकि जो फंडामेंटल राइट्स ने दे कैन एंड कैन नॉट बी सस्पेंडेड. दे कैन बी सस्पेंडेड ड्यूरिंग एमरजेंसी एंड अदरवाइज दे कैन नॉट बी सस्पेंडेड. सो अगेन इट इज़ अ वेरी कॉन्ट्रोवर्शियल क्वेश्चन कि जो फंडामेंटल राइट्स ने वो कदों सस्पेंड हो सकते हैं कदों नहीं हो सकते. इट इज़ नॉट लाइक कि फंडामेंटल राइट्स कदे सस्पेंड ही नहीं हो सकते. सो इनू क्लीयर आउट करने ਲਈ during a national emergency many fundamental rights of Indian citizen can be suspended. कि ਜਦੋਂ ਵੀ ਨੈਸ਼ਨਲ ਐਮਰਜੈਂਸੀ ਲੱਗੇਗੀ ਤਾਂ ਜੋ ਫੰਡਾਮੈਂਟਲ ਰਾਈਟਸ ਨੇ ਕੁਝ ਫੰਡਾਮੈਂਟਲ ਰਾਈਟਸ ਜੋ ਨੇ ਦੇ ਕੈਨ ਬੀ ਸਸਪੈਂਡਡ. ਦ 6 ਫਰੀਡਮਸ ਅੰਡਰ ਰਾਈਟ ਟੂ ਫਰੀਡਮ ਦੇ ਅੰਡਰ ਜਿਹੜੀਆਂ 6 ਫਰੀਡਮ ਸਾਨੂੰ ਦਿੱਤੀਆਂ ਗਈਆਂ ਨੇ ਆਰ ਆਟੋਮੈਟਿਕਲੀ ਸਸਪੈਂਡਡ. ਕਿ ਜਦੋਂ ਨੈਸ਼ਨਲ ਐਮਰਜੈਂਸੀ ਲੱਗੇਗੀ ਤਾਂ
ਰਾਈਟ ਟੂ ਫਰੀडम ਦੇ ਅੰਡਰ ਜੋ 6 ਫਰੀडम ਨੇ ਦੇ ਵਿਲ ਬੀ ਸਸਪੈਂਡਡ। ਬਾਈ ਕੰਟਰਾਸਟ ਦ ਰਾਈਟ ਟੂ ਲਾਈਫ ਐਂਡ ਪਰਸਨਲ ਲਿਬਰਟੀ cannot be suspended during the according to the original constitution। but अपना original constitution की कहता है कि right to life and personal liberty जो है they cannot be suspended। इस करके I believe option D is correct। Question number 61 says a writ issued by the High Court or the Supreme Court to protect the fundamental rights of citizens is known as कि फंडामेंटल राइट्स ਨੂੰ ਪ੍ਰੋਟੈਕਟ ਕਰਨ ਵਾਸਤੇ ਹਾਈ ਕੋਰਟ ਜਾਂ ਸੁਪਰੀਮ ਕੋਰਟ ਕਿਹੜੀ ਸਪੈਸੀਫਿਕ ਰਿਟ ਹੈ ਜੋ ਇਸ਼ੂ ਕਰਦਾ ਹੈ। ਆਪਸ਼ਨ 1 ਇਜ਼ ਮੈਂਡੇਮਸ, ਆਪਸ਼ਨ 2 ਇਜ਼ ਕਿਓ ਵਾਰੰਟੋ, ਆਪਸ਼ਨ 3 ਇਜ਼ certiorari, option 4 is habeas corpus। I feel the answer is all are correct। all are correct because writs issue ਕਰਨ ਦਾ ਪਰਪਸ ਹੀ ਇਹੀ ਹੈ ਕਿ ਉਹ ਸਾਡੇ ਫੰਡਾਮੈਂਟਲ ਰਾਈਟਸ ਨੂੰ ਪ੍ਰੋਟੈਕਟ ਕਰਨ। ਸੋ ਆਈ ਫੀਲ all 4 options are correct। ਜਿੱਦਾਂ ਕਿ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਰਿਟਸ ਬਾਰੇ ਅਤੇ ਕਿੱਦਾਂ ਆਪਾਂ ਆਪਣੇ ਫੰਡਾਮੈਂਟਲ ਰਾਈਟਸ ਨੂੰ ਪ੍ਰੋਟੈਕਟ ਕਰ ਸਕਦੇ ਹਾਂ ਕਿ ਕੌਨਸਟੀਟਿਊਸ਼ਨ ਨੇ ਸੁਪਰੀਮ ਕੋਰਟ ਨੂੰ ਅਤੇ ਹਾਈ ਕੋਰਟ ਨੂੰ ਇੰਪਾਵਰ ਕੀਤਾ ਹੋਇਆ ਆ ਕਿ ਜਦੋਂ ਵੀ ਆਪਣਾ ਕੋਈ ਫੰਡਾਮੈਂਟਲ ਰਾਈਟਸ ਨਾਲ ਕੋਈ ਛੇੜਛਾੜ ਕੀਤੀ ਜਾਏਗੀ ਜਾਂ ਕੋਈ ਵੀ ਉਹਨਾਂ ਨਾਲ ਇੰਟਰਫੇਅਰ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਅਸੀਂ ਸੁਪਰੀਮ ਕੋਰਟ ਅਤੇ ਹਾਈ ਕੋਰਟ ਤੋਂ ਰਿਟਸ ਡਿਮਾਂਡ ਕਰ ਸਕਦੇ ਹਾਂ। ਇਸ ਕਰਕੇ ਰਿਟਸ ਦਾ ਪਰਪਸ ਹੀ ਇਹੀ ਹੈ ਕਿ ਜਦੋਂ ਕੋਈ ਮੰਨ ਲਓ ਸਰਕਾਰੀ ਐਗਜ਼ੀਕਿਊਟਿਵ ਹੀ ਹੋਵੇ ਜਾਂ ਕੋਈ ਵੀ ਤੁਹਾਡੀ ਫੰਡਾਮੈਂਟਲ ਰਾਈਟਸ ਨਾਲ ਕੋਈ ਇਨਜਸਟਿਸ ਕਰ ਰਿਹਾ ਤਾਂ ਤੁਸੀਂ ਵਾਇਆ ਰਿਟਸ ਉਹਨੂੰ ਚੈਲੰਜ ਕਰ ਸਕਦੇ ਹੋ। ਨੈਕਸਟ ਕੁਐਸਚਨ ਇਜ਼ the main purpose of including the directive principles of state policy in the Indian constitution is to कि क्यों अपने कॉन्स्टिट्यूशन च डायरेक्टिव प्रिंसिपल्स ऑफ स्टेट पॉलिसीज़ ਨੂੰ ਇਨਕਲੂਡ ਕਰਨ ਦੀ ਜ਼ਰੂਰਤ ਪਈ। option 1 is to establish a welfare state, option 2 is to establish a secular state, option 3 is check the arbitrary action of the government, option 4 is provide best opportunities of development by the government। correct answer here is option 1 to establish a welfare state। the question was repeated and so will be the explanation कि जो अपने डायरेक्टिव प्रिंसिपल्स ऑफ स्टेट पॉलिसी ने these are included in part 4 of the constitution। these are not enforceable by law कि जे इन्हां नूं कोई नहीं फॉलो करदा तो उन्होंने कोई पनिशमेंट नहीं मिलेगी। ਅਤੇ ਇਹਨਾਂ ਦਾ ਬੇਸਿਕ ਜੋ ਹੈ ਆਈਡੀਆ ਕਿ ਇਹ ਕਿਉਂ ਆਪਾਂ ਇੰਟਰੋਡਿਊਸ ਕੀਤਾ ਇਜ਼ ਟੂ ਮੇਨਟੇਨ ਇੰਡੀਆ ਐਜ਼ ਅ ਵੈਲਫੇਅਰ ਸਟੇਟ। ਨੈਕਸਟ ਕੁਐਸਚਨ ਸੇਜ਼ which one of the following fundamental rights was described by Dr. B.R. Ambedkar as the heart and soul of the constitution। ਕਿ ਇਹਨਾਂ 4 ਰਾਈਟਸ ਵਿੱਚੋਂ ਕਿਹੜੀ ਰਾਈਟ ਨੂੰ ਹੈ ਜੋ ਡਾਕਟਰ B.R. ਅੰਬੇਦਕਰ ਨੇ ਹਾਰਟ ਐਂਡ ਸੋਲ ਆਫ ਦੀ ਕੌਨਸਟੀਟਿਊਸ਼ਨ ਕਿਹਾ। ਇਟ ਇਜ਼ ਅ ਰਿਪੀਟਡ ਕੁਐਸਚਨ। ਇਹ ਪਿਛਲੇ ਸੈਸ਼ਨਸ 'ਚ ਵੀ ਬਹੁਤ ਵਾਰੀ ਰਿਪੀਟ ਹੋਇਆ। ਆਈ ਹੋਪ ਤੁਹਾਨੂੰ ਇਹ ਇਸ ਦਾ ਆਨਸਰ ਯਾਦ ਹੋਏਗਾ। ਆਪਸ਼ਨ 1 ਇਜ਼ ਰਾਈਟ ਟੂ ਰਿਲੀਜਨ, ਆਪਸ਼ਨ 2 ਇਜ਼ ਰਾਈਟ ਟੂ ਕੌਨਸਟੀਟਿਊਸ਼ਨਲ ਰੈਮਡੀਜ਼, ਆਪਸ਼ਨ 3 ਇਜ਼ ਰਾਈਟ ਟੂ ਪ੍ਰੋਪਰਟੀ, ਆਪਸ਼ਨ 4 ਇਜ਼ ਰਾਈਟ ਟੂ ਐਜੂਕੇਸ਼ਨ। ਕਰੈਕਟ ਆਨਸਰ ਹੇਅਰ ਇਜ਼ ਆਪਸ਼ਨ 2 ਰਾਈਟ ਟੂ ਕੌਨਸਟੀਟਿਊਸ਼ਨਲ ਰੈਮਡੀਜ਼। ਇਸ ਨੂੰ ਹੋਰ ਐਕਸਪਲੇਨ ਕਰਦਿਆਂ ਹੋਇਆਂ ਕਿ ਜਦੋਂ ਡਾਕਟਰ B.R. ਅੰਬੇਦਕਰ ਨੇ ਰਾਈਟ ਟੂ ਕੌਨਸਟੀਟਿਊਸ਼ਨਲ ਰੈਮਡੀਜ਼ ਨੂੰ ਇੰਨੀ ਇੰਪੋਰਟੈਂਸ ਦਿੱਤੀ ਕਿ ਉਹਨੂੰ ਸੋਲ ਟੂ ਦੀ ਕੌਨਸਟੀਟਿਊਸ਼ਨ ਕਹਿ ਤਾ। ਇਸ ਦੇ ਪਿੱਛੇ ਪਰਪਸ ਇਹ ਸੀਗਾ ਕਿ ਵੀ ਤੁਸੀਂ ਜੇ ਆਪਾਂ ਨੂੰ ਫੰਡਾਮੈਂਟਲ ਰਾਈਟਸ ਮਿਲੇ ਹੋਏ ਆ, ਇਹ ਮਿਲੇ ਹੋਣ 'ਤੇ ਹੀ ਗੱਲ ਖਤਮ ਨਹੀਂ ਹੋ ਜਾਂਦੀ। ਕੱਲ੍ਹ ਨੂੰ ਜੇ ਮੰਨ ਲਓ ਤੁਹਾਡੇ ਫੰਡਾਮੈਂਟਲ ਰਾਈਟਸ ਨਾਲ ਕੋਈ ਇੰਟਰਫੇਅਰ ਕਰਦਾ ਹੈ, ਕੋਈ ਉਹਨਾਂ ਨੂੰ ਕਹਿ ਲਓ ਉਹਨਾਂ ਨਾਲ ਕੋਈ ਇਨਜਸਟਿਸ ਕਰਦਾ ਹੈ, ਦ ਫਸਟ ਥਿੰਗ ਵੀ ਕੈਨ ਡੂ ਇਜ਼ ਵੀ ਕੈਨ ਟੇਕ ਸਪੋਰਟ ਆਫ ਰਾਈਟ ਟੂ ਕੌਨਸਟੀਟਿਊਸ਼ਨਲ ਰੈਮਡੀਜ਼ ਜਿਸ ਦੇ ਅੰਡਰ ਸੁਪਰੀਮ ਕੋਰਟ ਐਂਡ ਹਾਈ ਕੋਰਟ ਕੈਨ ਇਸ਼ੂ ਰਿਟਸ ਟੂ ਸੇਵ ਆਰ ਫੰਡਾਮੈਂਟਲ ਰਾਈਟਸ। ਇਸ ਕਰਕੇ ਕੀ ਹੈ ਡਾਕਟਰ B.R. ਅੰਬੇਦਕਰ ਨੇ ਰਾਈਟ ਟੂ ਕੌਨਸਟੀਟਿਊਸ਼ਨਲ ਰੈਮਡੀਜ਼ ਨੂੰ ਬਹੁਤ ਇੰਪੋਰਟੈਂਸ ਦਿੱਤੀ। ਮੂਵਿੰਗ ਔਨ ਟੂ ਕੁਐਸਚਨ ਨੰਬਰ 64,
No person shall be a citizen of India if he has कि ਇਹਨਾਂ 4 ਕੇਸਿਸ 'ਚੋਂ ਕਿਹੜੀ ਕੰਡੀਸ਼ਨ ਹੈ ਜਿਸ 'ਚ ਇੰਡੀਆ ਜੋ ਹੈ ਸਿਟੀਜ਼ਨਸ਼ਿਪ ਦੇਣ ਤੋਂ ਮਨਾ ਕਰ ਸਕਦਾ ਹੈ। First option is lived in a foreign country for more than 5 years. Second option is been convicted by a foreign court of law. Third option is voluntarily acquired citizenship of another country. Fourth option is accepted employment in another country. Correct option here is option number 3, voluntarily acquired citizenship of another country. ਆਨਸਰ ਨੂੰ ਥੋੜਾ ਹੋਰ ਜਸਟੀਫਾਈ ਕਰਦਿਆਂ ਹੋਇਆਂ ਕਿ ਅੰਡਰ ਸੈਕਸ਼ਨ 9 clause 1 of 1955 Act, a person ceases to be a citizen if he or she voluntarily acquires the citizenship of another country or renounces Indian citizenship. India does not allow dual citizenship. ਆਪਾਂ ਜਦੋਂ ਇੰਡੀਅਨ ਕੌਨਸਟੀਟਿਊਸ਼ਨ ਦੇ ਫੀਚਰਸ ਪੜ੍ਹਦੇ ਹਾਂ ਯੂਨਿਟਰੀ ਫੀਚਰਸ 'ਚ ਆਪਾਂ ਸਪੈਸ਼ਲ ਮੈਂਸ਼ਨ ਕਰਦੇ ਹਾਂ ਕਿ ਦੇਰ ਇਜ਼ ਏ ਸਿੰਗਲ ਸਿਟੀਜ਼ਨਸ਼ਿਪ ਇਨ ਆਰ ਕੰਟਰੀ ਕਿ ਇੱਕ ਟਾਈਮ 'ਤੇ ਇੰਡੀਆ 'ਚ ਇੱਕ ਬੰਦਾ 2 ਸਿਟੀਜ਼ਨਸ਼ਿਪਸ ਲੈ ਕੇ ਨਹੀਂ ਰਹਿ ਸਕਦਾ। ਇਸ ਕਰਕੇ ਜੇ ਕੋਈ ਬੰਦਾ ਹੈ ਜਿਸ ਨੇ ਵੋਲੰਟਰਲੀ ਕਿਸੇ ਹੋਰ ਕੰਟਰੀ ਦੀ ਸਿਟੀਜ਼ਨਸ਼ਿਪ ਨੂੰ ਅਡੋਪਟ ਕਰ ਲਿਆ ਤਾਂ ਆਟੋਮੈਟਿਕਲੀ ਜੋ ਇੰਡੀਅਨ ਸਿਟੀਜ਼ਨਸ਼ਿਪ ਹੈ ਉਹਦੀ ਖਤਮ ਹੋ ਜਾਏਗੀ। Next question says, which one of the following is a fundamental right guaranteed by the Constitution of India? ਇਹਨਾਂ ਚਾਰਾਂ ਵਿੱਚੋਂ ਕਿਹੜੀ right ਹੈ which is guaranteed, ਕਿਹੜੀ fundamental right is guaranteed by the Constitution of India? Option 1 is right to govern. Option 2 is right to property. Option 3 is right to information. Option 4 is right to equality. Correct answer here is option 4, right to equality. Question number 66 says, right to free education within certain limits is. Option 1 is guaranteed as a fundamental right. Option 2 is enshrined in the directive principles of state policy. Option 3 is outlined in the preamble of Constitution. Option 4 is ignored by the Constitution कि जो right to free education है वो कित्थे कित्थे सानू ओदी presence feel हुंदी है in the Constitution. Is to the correct answer I feel is option 1 and option 2 both. ਆਪਣੇ ਆਨਸਰ ਨੂੰ ਮੈਂ ਹੋਰ ਜਸਟੀਫਾਈ ਕਰਦੇ ਹੋਏ ਇਹਨੂੰ 2 ਪਾਰਟਸ 'ਚ ਹੀ ਐਕਸਪਲੇਨ ਕਰੂੰਗੀ ਜਿੱਦਾਂ ਕਿ ਆਪਸ਼ਨ 1 'ਚ ਕਹਿ ਰਿਹਾ ਹੈ ਕਿ ਇਟ ਇਜ਼ ਅ ਪਾਰਟ ਆਫ ਫੰਡਾਮੈਂਟਲ ਰਾਈਟ ਐਂਡ ਆਪਸ਼ਨ 2 'ਚ ਕਹਿ ਰਿਹਾ ਇਟ ਇਜ਼ ਇਨਸ਼ਰਾਈਨਡ ਇਨ ਡਾਇਰੈਕਟਿਵ ਪ੍ਰਿੰਸੀਪਲਸ। ਸੋ ਫਰੋਮ ਫੰਡਾਮੈਂਟਲ ਰਾਈਟ ਪੁਆਇੰਟ ਆਫ ਵਿਊ ਤੋਂ ਜੇ ਆਪਾਂ ਗੱਲ ਕਰੀਏ ਤਾਂ ਦ ਰਾਈਟ ਆਫ ਚਾਈਲਡ to Free and Compulsory Education Act or the Right to Education Act is an act of Parliament of India enacted on 4th August 2009 which describes the modulates of the importance of free and compulsory education for children between 6 and 14 years of age ਕਿ ਜੋ ਇੰਡੀਆ 'ਚ 6 ਤੋਂ 14 ਸਾਲ ਦੇ ਬੱਚੇ ਨੇ ਉਹਨਾਂ ਲਈ ਐਜੂਕੇਸ਼ਨ ਸ਼ੁੱਡ ਬੀ ਫ੍ਰੀ ਐਂਡ ਐਜੂਕੇਸ਼ਨ ਸ਼ੁੱਡ ਬੀ ਕੰਪਲਸਰੀ। ਇਸੇ ਤਰ੍ਹਾਂ when we refer to the directive principles of state policy ਉਸ ਦੀ ਲੈਂਗੁਏਜ ਨੂੰ ਜਦੋਂ ਆਪਾਂ ਰੈਫਰ ਕਰੀਏ ਉਸ 'ਚ ਕੀ ਲਿਖਿਆ the state shall endeavour to provide within a period of 10 years from commencement of this constitution for free and compulsory education for all children until they complete the age of 14 years. same ਚੀਜ਼ ਲਿਖੀ ਹੈ it is regarding the right to education only. ਇਸ ਕਰਕੇ I feel ਕਿ option 1 and 2 both are correct. Next question is, no person can be employed in the factories and or mines unless he is above the age of ਕਿ ਕਿਸੇ ਵੀ ਵਿਅਕਤੀ ਨੂੰ ਮਾਈਨਸ ਜਾਂ ਫੈਕਟਰੀ 'ਚ ਕੰਮ ਕਰਨ ਵਾਸਤੇ ਮਿਨੀਮਮ ਏਜ ਉਹਦੀ ਕਿੰਨੀ ਹੋਣੀ ਚਾਹੀਦੀ ਹੈ ਜਾਂ ਇਸ ਏਜ ਗਰੁੱਪ ਤੋਂ ਪਹਿਲਾਂ ਉਹਨੂੰ ਨਹੀਂ ਇੰਪਲੋਏ ਕਰ ਸਕਦੇ। ਆਪਸ਼ਨ 1 is 12 years, option 2 is 14 years, option 3 is 18 years, option 4 is 20 years. Correct answer here is option number 2, 14 years. ਇਸ ਨੂੰ ਹੋਰ ਐਕਸਪਲੇਨ ਕਰਦਿਆਂ ਹੋਇਆਂ ਕਿ ਜੋ ਆਪਣਾ ਕੌਨਸਟੀਟਿਊਸ਼ਨ ਹੈ ਉਸ 'ਚ ਮੈਂਸ਼ਨਡ ਹੈ ਕਿ no child below the age of 14 years shall be employed to work in any factory or mine or engaged in any other hazardous employment ਕਿ ਕੋਈ ਅਜਿਹਾ employment ਜਿੱਦਾਂ ਕਿ ਫੈਕਟਰੀ ਹੈ, ਮੰਨ ਲਓ ਟਬੈਕੋ ਫੈਕਟਰੀ ਹੈ ਜਾਂ ਫਿਰ ਕੋਈ ਮਾਈਨ ਫੈਕਟਰੀ ਹੈ, ਇਹੋ ਜਿਹਾ ਅਜਿਹਾ employment ਜਿਹਦੇ ਨਾਲ ਉਹਦੀ ਸਿਹਤ ਨਾਲ ਖਿਲਵਾੜ ਹੋਵੇ ਜਾਂ ਉਹਦੀ ਹੈਲਥ ਡਿਗਰੇਡ ਹੋਵੇ
ਅਜਿਹਾ employment is not allowed to any person who is less than 14 years of age। ਇਸ ਕਰਕੇ ਕੀ ਹੈ, the minimum age of employment is 14 years ਐਂਡ employment ਜੋ ਹੈ ਜੇ 14 years ਤੋਂ ਘੱਟ ਦਾ ਕੋਈ ਬੱਚਾ if you have ever seen in a working in a factory or somewhere, it is prohibited। Next question says the writ of habeas corpus is issued in the event of कि habeas corpus ਜਿਹੜੀ writ ਹੈ ਉਹ ਕਿਸ ਕੇਸ 'ਚ ਇਸ਼ੂ ਹੋ ਸਕਦੀ ਹੈ। Option 1 is loss of property, option 2 is refund of excess taxes, option 3 is wrongful police detention, option 4 is violation of the freedom of speech। Correct answer here is option 3, wrongful police detention। ਇਸ writ ਬਾਰੇ ਥੋੜੀ ਹੋਰ information। A writ of habeas corpus is used by the courts to find out if a person has been illegally detained। ਕਿ ਜੇ ਕੋਈ ਕਿਸੇ ਨੂੰ illegally arrest ਕਰਦਾ ਤਾਂ this writ comes to his rescue। If the answer is yes, ਮਤਲਬ ਜੇ if the person is seriously illegally detained, the court can order for his release। ਤਾਂ court ਕੀ ਹੈ, ਉਹਨੂੰ release ਕਰਾਉਣ ਦਾ ਇੱਕ order pass ਕਰ ਦੇਗਾ। If a person has been illegally detained, he himself, a friend or even a relative can file a writ of habeas corpus। ਕਿ ਜੇ ਕੋਈ illegally detain ਹੋ ਗਿਆ ਹੈ ਬਾਈ ਚਾਂਸ ਤਾਂ ਉਹ ਆਪ, ਉਹਦਾ friend ਜਾਂ relative ਵੀ ਇਹ writ ਦਾ ਇਸਤੇਮਾਲ ਕਰ ਸਕਦੇ ਨੇ। The habeas corpus is Latin for let us have the body। habeas corpus ਹੈ, it is a Latin term ਜਿਸ ਦਾ ਨਾਮ ਹੈ, ਜਿਸ ਦਾ ਮਤਲਬ ਹੈ let us have the body। Through habeas corpus, the court does also summon the person detained or imprisoned to the court। Next question is political equality is found in ਕਿ ਇਹਨਾਂ 4 cases ਵਿੱਚੋਂ ਕਿਹੜੇ case 'ਚ ਆਪਾਂ ਨੂੰ political equality ਦੇਖਣ ਨੂੰ ਮਿਲਦੀ ਹੈ। Option 1 is the absence of privileges, option 2 is universal adult suffrage, option 3 is equal distribution of wealth, option 4 is the rationality of the individual। The correct answer here is option number 2, universal adult suffrage। universal adult franchise ਦੀ ਆਪਾਂ ਥੋੜੀ ਹੋਰ ਡਿਟੇਲ 'ਚ ਗੱਲ ਕਰਦੇ ਹਾਂ ਕਿ the right of the people to vote and elect their representatives is called franchise। ਇਸ right ਨੂੰ ਕਿ ਆਪਾਂ ਵੋਟ ਕਰ ਸਕਦੇ ਹਾਂ ਅਤੇ ਆਪਾਂ ਕਿਸੇ representative ਨੂੰ elect ਕਰ ਸਕਦੇ ਹਾਂ, ਇਸ ਨੂੰ ਆਪਾਂ franchise ਕਹਿੰਦੇ ਹਾਂ। adult franchise means that the right to vote should be given to all adult citizens। ਕਿਉਂਕਿ ਇਹ right ਜੋ ਹੈ it is given to people who are above the age of 18 years। ਕਿ ਇਹ ਜੋ ਰਾਈਟ ਹੈ ਇਹ ਸਭ ਐਡਲਟਸ ਨੂੰ ਅਵੇਲੇਬਲ ਹੈ, ਇਸ ਕਰਕੇ ਵੀ ਕਾਲ ਇਟ ਐਡਲਟ ਫਰੈਂਚਾਈਜ਼ੀ। ਐਂਡ ਇਹ ਰਾਈਟ ਜੋ ਆਪਾਂ ਨੂੰ ਦਿੱਤੀ ਹੈ ਇਟ ਇਜ਼ ਵਿਦਾਊਟ ਡਿਸਕ੍ਰਿਮੀਨੇਸ਼ਨ ਆਫ ਕਾਸਟ, ਕਲਾਸ, ਕਲਰ, ਰਿਲੀਜਨ ਔਰ ਸੈਕਸ। ਇਸ ਰਾਈਟ ਨੂੰ ਐਕਸਰਸਾਈਜ਼ ਕਰਨ ਲਈ ਆਪਾਂ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਫੇਸ ਕਰ ਸਕਦੇ। ਇਟ ਡਿਮਾਂਡਸ ਦੈਟ ਦ ਰਾਈਟ ਟੂ ਵੋਟ ਸ਼ੁੱਡ ਬੀ ਇਕੁਅਲੀ ਅਵੇਲੇਬਲ ਅਮੰਗ ਆਲ। ਕਿ ਜੋ ਰਾਈਟ ਟੂ ਵੋਟ ਹੈ ਉਹ ਸਭ ਨੂੰ ਬਰਾਬਰ 'ਚ ਮਿਲੀ ਹੋਣੀ ਚਾਹੀਦੀ ਹੈ। To deny any class of persons from exercising this right is to violate their right to equality। ਜੇ ਤੁਹਾਡੀ right to vote ਕਿਸੇ ਨੇ ਤੁਹਾਡੀ right to vote ਨਾਲ injustice ਕੀਤਾ ਇਹਦਾ ਮਤਲਬ ਇਹ ਤੁਹਾਡੀ right to equality ਨੂੰ affect ਕਰੇਗਾ। ਇਸ ਕਰਕੇ ਕੀ ਹੈ ਜੋ ਇਹ right ਹੈ it is the bedrock of a democratic system। ਕਿ democratic system ਕੀ ਹੁੰਦਾ ਜਿੱਥੇ people elect ਕਰਦੇ ਆਪਣੇ representative ਨੂੰ। ਜੋ government ਹੈ it works through the people। ਇਸ ਕਰਕੇ it is called as right to vote or universal adult franchise is called the bedrock of democratic system। People are called political sovereign because they possess the right to vote a government into power or vote a government out of power। ਇਸ ਦਾ ਮਤਲਬ ਇਹ ਹੈ ਕਿ ਆਪਾਂ ਜਿਨ੍ਹਾਂ ਕੋਲ ਵੀ ਜਿਨ੍ਹਾਂ ਦੇਸ਼ਾਂ 'ਚ ਵੀ right to vote ਹੈ for all the people। ਕਈ ਕੰਟਰੀਜ਼ ਦਾ ਆਪਣਾ ਆਪਣਾ ਵੋਟਿੰਗ ਸਿਸਟਮ ਹੁੰਦਾ ਪਰ ਐਜ਼ ਲੌਂਗ ਐਜ਼ ਦ ਰਾਈਟ ਟੂ ਵੋਟ ਇਜ਼ ਅਵੇਲੇਬਲ ਤਾਂ ਇਹਦੇ ਨਾਲ ਕੀ ਹੁੰਦਾ ਕਿ ਪੀਪਲ ਬਿਕਮ ਪੋਲੀਟੀਕਲੀ ਸੋਵਰੇਨ। ਇਹ ਪੋਲੀਟਿਕਸ 'ਚ ਪੀਪਲ ਸੁਪੀਰੀਅਰ ਮੰਨੇ ਜਾਂਦੇ ਨੇ। ਇੰਨੇ ਇਲੈਕਸ਼ਨ ਤੋਂ ਪਹਿਲਾਂ ਇੰਨੇ ਕੈਂਪੇਨਸ ਇੰਨੇ ਵਾਅਦੇ ਲੋਕਾਂ ਨੂੰ ਕੀਤੇ ਜਾਂਦੇ ਆ ਵੋਟ ਇਕੱਠੇ ਕਰਨ ਵਾਸਤੇ ਕਿਉਂਕਿ ਪਾਵਰ ਜੋ ਹੈ ਉਹ ਵੋਟ 'ਚ ਲਾਇਆ ਕਰਦੀ ਹੈ। ਇਸ ਕਰਕੇ ਰਾਈਟ ਟੂ ਵੋਟ ਜੋ ਹੈ ਇਟ ਇਜ਼ ਅ ਵੈਰੀ ਇੰਪੋਰਟੈਂਟ ਰਾਈਟ।
Next question says, the list of fundamental duties were added to the Indian Constitution as a part. It is again a repeated question कि जो fundamental duties है वो किस part से ने. Option 1 is 4, option 2 is 5, option 3 is 2, option 4 is 3. Option 4 says 3. Option 4 is just 3. Please ignore the unnecessary writing. So the correct answer here is option 4, 3. अगेन यदि एक्सप्लेनेशन रिपीट करते होए कि जो फंडामेंटल ड्यूटीज़ ने दीज आर मॉरल ऑबलीगेशनस, ये साडे फर्ज ने जो आप अपने देश के प्रति निभाने ने ताकि असी अपने देश की रिस्पैक्ट करिए तो उहदी यूनिटी नूं मेनटेन करके रखिए. दीज आर इंक्लूडिड इन पार्ट 4A ऑफ द कॉन्स्टिट्यूशन. ये जो फंडामेंटल ड्यूटीज़ ने ये पार्ट 4 च इंक्लूडिड ने. दे आर नॉट इनफोर्सिबल बाय लॉ कि जे तुसी इन्हां नूं नहीं फॉलो करते या कोई नहीं फॉलो करता ज़रूरी नहीं कि ਉਹਦੇ अगेंस्ट कोई लीगल प्रोसीडिंग शुरू हो जाए. सो दीज आर 11 इन नंबर. टोटल नंबर जो है ड्यूटीज़ दा इट इज़ 11.